ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹਦੇ ਬਾਰੇ ਅੱਜ ਪੂਰੇ ਕੈਨੇਡਾ ਦੇ ਵਿੱਚ ਚਰਚਾ ਹੁੰਦੀ ਰਹੀ ਆ। ਗਰਮੀ ਬਾਰੇ ਗੱਲਬਾਤ ਕਰਾਂਗੇ। ਗਰਮੀ ਬਾਰੇ ਹੁਣ ਖਬਰ ਅੱਜ ਫੇਰ ਆਈ ਆ ਕਿ ਵਿਚਾਰ ਰੱਖੋ, ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਪੈਣੀ ਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਅਕਸਰ ਅਸੀਂ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਖਬਰ ਸਾਂਝੀ ਕਰਦੇ ਰਹਿੰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਬਹੁਤ ਕਮੀ ਆ। ਅੱਜ ਉਹਦੇ ਬਾਰੇ ਇੱਕ ਵੱਡੀ ਅਨਾਊਂਸਮੈਂਟ ਹੋਈ ਆ, ਸ਼ਾਇਦ ਫਾਇਦਾ ਹੋ ਜਾਵੇ। ਮਹਿੰਗਾਈ ਕੋਈ ਦਿਨ ਇੱਦਾਂ ਦਾ ਜਾਂਦਾ ਜਿੱਦਣ ਇਹਦੀ ਗੱਲਬਾਤ ਨਹੀਂ ਕਰਦੇ। ਅੱਜ ਇੱਕ ਨਵੀਂ ਅਪਡੇਟ ਆਈ ਹੈ ਮਹਿੰਗਾਈ ਦੇ ਬਾਰੇ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਪਾਸਪੋਰਟ ਰਿਨਿਊ ਕਰਾਉਣ ਦੇ ਲਈ ਜੇਕਰ ਸਵੇਰੇ 8:30 ਵਜੇ ਦਫ਼ਤਰ ਸਰੀ ਦੇ ਵਿੱਚ ਖੁੱਲ੍ਹਦਾ ਹੈ ਤਾਂ ਲੋਕ ਇੱਕ ਰਾਤ ਪਹਿਲਾਂ ਜਾ ਕੇ ਖੜ੍ਹੇ ਹੋ ਜਾਂਦੇ ਆ। ਇਹਦਾ ਵੀ ਇੱਕ ਲੋਕਾਂ ਨੇ ਹੱਲ ਲੱਭ ਲਿਆ। ਉਹ ਹੱਲ ਕੀ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਫੀਫਾ ਵਰਲਡ ਕੱਪ ਵੈਨਕੂਵਰ ਦੇ ਵਿੱਚ ਹੋਣਾ ਆ। ਰੌਲਾ ਰੱਪਾ ਇਹ ਪੈ ਰਿਹਾ, ਕੁਛ ਲੋਕ ਕਹਿੰਦੇ ਕਰਾਉਣਾ ਚਾਹੀਦਾ ਸੀ, ਕੁਛ ਲੋਕ ਕਹਿੰਦੇ ਨਹੀਂ ਕਰਾਉਣਾ ਚਾਹੀਦਾ ਸੀ। ਕਿਉਂ ਨਹੀਂ ਕਰਾਉਣਾ ਚਾਹੀਦਾ ਸੀ, ਗੱਲਬਾਤ ਕਰਾਂਗੇ। ਵੈਨਕੂਵਰ ਦੇ ਵਿੱਚ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਵੀ ਬਹੁਤ ਮਹਿੰਗਾ ਹੈ ਟੋਰਾਂਟੋ, ਵੈਨਕੂਵਰ, ਇੱਥੇ ਘਰਾਂ ਦੇ ਕਿਰਾਏ ਬਹੁਤ ਜ਼ਿਆਦਾ ਆ। ਹਾਲਤ ਕੈਲਗਰੀ ਦੇ ਵਿੱਚ ਵੀ ਇੱਦਾਂ ਦੀ ਹੁੰਦੀ ਜਾ ਰਹੀ ਹੈ। ਇਹਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਾਂਗੇ। ਵੈਕਸੀਨ ਦੇ ਨਾਲ ਹੋਏ ਨੁਕਸਾਨ ਬਾਰੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਗੱਲਾਂ ਕੀਤੀਆਂ। ਅੱਜ ਇੱਕ ਨਿਊਜ਼ ਗਰੁੱਪ ਨੇ, CBC ਨੇ ਇੱਕ ਹੋਰ ਖਬਰ ਸਾਹਮਣੇ ਲਿਆਂਦੀ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ। ਅਤੇ ਸੇਵ ਓਲਡ ਗਰੋਥ, ਪੁਰਾਣੇ ਦਰੱਖਤਾਂ ਨੂੰ ਕੱਟਣ ਤੋਂ ਲਈ ਬਚਾਉਣ ਵਾਲੇ ਜਿਹੜਾ ਉਹ ਗਰੁੱਪ ਆ ਇੱਕ, ਜਿਹੜੇ ਧਰਨੇ ਮੁਜ਼ਾਹਰੇ ਕਰ ਰਹੇ ਆ, ਸੜਕਾਂ ਰੋਕ ਲੈਂਦੇ ਆ, ਰੁਕਦੇ ਨਹੀਂ। ਅਤੇ ਉਹ ਕਹਿੰਦੇ ਰੁਕਣਾ ਸੀ ਉਹਨਾਂ ਚਿਰ ਨਹੀਂ ਜਿੰਨਾ ਚਿਰ ਸਾਡੀ ਗੱਲ ਨਹੀਂ ਮੰਨਦੇ। ਅੱਜ ਉਹਨਾਂ ਨੇ ਕੀ ਕੀਤਾ ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਗਰਮੀ ਸ਼ੁਰੂ ਹੋ ਚੁੱਕੀ ਆ ਅਤੇ ਇਸ ਹਫ਼ਤੇ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਪਊਗੀ। ਇਹਦੇ ਬਾਰੇ ਇਨਵਾਇਰਮੈਂਟ ਕੈਨੇਡਾ ਦੱਸ ਰਿਹਾ ਆ। ਜਿਹੜਾ ਅਨਸੀਜ਼ਨਲੀ ਕੋਲਡ ਸੀਗਾ, ਇਸ ਬੇਮੌਸਮੀ ਠੰਡ ਪਈ ਜਾਂਦੀ ਸੀ ਹੁਣ ਤੱਕ, ਅੱਜ ਵੀ ਲਗਭਗ ਉੱਦਾਂ ਦੀ ਹਾਲਤ ਆ। ਦੱਸ ਦਿਆ ਕਿ ਖਤਮ ਹੋਣ ਲੱਗੀ ਹੈ ਅਤੇ ਗਰਮੀ ਸ਼ੁਰੂ ਹੋਣ ਲੱਗੀ ਆ। ਗਰਮੀ ਤੋਂ ਲੋਕ ਡਰੇ ਆ ਕਿਉਂਕਿ ਪਿਛਲੇ ਸਾਲ ਗਰਮੀ ਲੋਕਾਂ ਨੇ ਦੇਖੀ ਆ, ਪਰ ਕਹਿੰਦੇ ਐਤਕੀ ਅੱਗੇ ਜਿੰਨੀ ਤਾਂ ਨਹੀਂ ਪੈਣੀ, ਪਰ ਬੇਮੌਸਮੀ ਠੰਡ ਤੋਂ ਬਾਅਦ ਜਿਹੜੀ ਗਰਮੀ ਪੈਣੀ ਆ ਇਹਨੇ ਸਮੱਸਿਆਵਾਂ ਬਹੁਤ ਪੈਦਾ ਕਰਨੀਆਂ। ਜਿੱਥੇ ਜਿਹੜੀ ਬਰਫ਼, ਜਿਹੜੀ ਸਨੋ ਪੀਕਸ ਦੇ ਉੱਤੇ ਹੈਗੀ ਆ, ਪਹਾੜਾਂ ਦੇ ਉੱਤੇ ਬਰਫ਼ ਆ, ਜਦੋਂ ਪਿਘਲਦੀ ਆ, ਪਿਘਲ ਕੇ ਜਦੋਂ ਦੂਜਾ ਉਹਦੇ ਨਾਲ ਅਰਥ ਇਹ ਹੁੰਦਾ ਕਿ ਉਹ ਸਲਾਈਡ ਕਰਦੀ ਆ। ਜਿਹੜੀਆਂ ਉਹਦੀਆਂ ਪਲੇਟਸ ਹੁੰਦੀਆਂ, ਜਿੱਦਾਂ ਬਰਫ਼ ਜੰਮੀ ਪਈ ਆ, ਉਹ ਜਦੋਂ ਥੋੜ੍ਹੀ ਜਿਹੀ ਗਰਮੀ ਇੱਕਦਮ ਵੱਧਦੀ ਆ ਉਹਦੇ ਨਾਲ ਉਹ ਤਿਲਕ ਜਾਂਦੀ ਆ ਉੱਤੋਂ, ਅਤੇ ਤਿਲਕ ਕੇ ਫਿਰ ਪੂਰੀ ਦੀ ਪੂਰੀ ਜਦੋਂ ਵੱਡੀ ਸਾਰੀ ਬਰਫ਼ ਥੱਲੇ ਡਿੱਗਦੀ ਆ, ਉਹਦੇ ਨਾਲ ਰੋਡ ਕਲੋਜ਼ਰ ਜਾਂ ਦੂਜੇ ਤੀਜੇ ਨੁਕਸਾਨ ਥੱਲੇ ਉਹ ਵੀ ਹੋ ਸਕਦੇ ਆ। ਦੂਜਾ ਉਹਨੇ ਪਿਘਲਣਾ ਸ਼ੁਰੂ ਕਰ ਦੇਣਾ। ਹੁਣ ਪਿਘਲਣਾ ਸ਼ੁਰੂ ਕਰ ਦੇਣਾ ਅਤੇ ਦਰਿਆਵਾਂ ਦੇ ਵਿੱਚ ਪਾਣੀ ਨੇ ਵੱਧ ਜਾਣਾ। ਇਹ ਦੱਸਿਆ ਜਾ ਰਿਹਾ ਕਿ ਹੁਣ ਉਹ ਵੱਧਦੇ ਪਾਣੀ ਦੇ ਨਾਲ ਵੀ ਨੁਕਸਾਨ ਹੋ ਸਕਦਾ ਅਤੇ ਇਹਦੇ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ। ਜਿਹੜੀ ਬੇਮੌਸਮੀ ਠੰਡ ਪਈ ਆ ਇਸ ਵੇਲੇ, ਉਡੀਕ ਕਰ ਰਿਹਾ ਲੋਕ, ਜਿਹੜਾ ਅਲਰਜੀ ਵਗੈਰਾ ਬਹੁਤ ਸਾਰੇ ਲੋਕਾਂ ਨੂੰ ਹੋਈ ਹੈ, ਉਹਦਾ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਹੁਣ ਗਰਮੀ ਪੈਣੀ ਚਾਹੀਦੀ ਸੀ ਪਰ ਠੰਡ ਪੈ ਰਹੀ ਹੈ। ਸੋ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਠੀਕ ਠਾਕ ਹੋਊਗੀ। ਕੁਛ ਮਾਹਰ ਕਹਿੰਦੇ ਸੀ ਵੀ ਇਹਦਾ ਫਾਇਦਾ ਹੋ ਰਿਹਾ ਕਿ ਜਿਹੜੇ ਪੋਲਨਸ ਆ ਉਹ ਘੱਟ ਐਤਕੀ ਲੋਕਾਂ ਦੇ ਉੱਤੇ ਅਸਰ ਪਾ ਰਹੇ ਆ। ਗਰਮੀ ਸਿਰਫ ਇੱਥੇ ਵੈਨਕੂਵਰ ਦੇ ਵਿੱਚ ਹੀ ਨਹੀਂ, ਬਿਲਕੁਲ ਕੈਨੇਡਾ ਦੇ ਦੂਜੇ ਪਾਸੇ ਟੋਰਾਂਟੋ ਵਾਲੇ ਪਾਸੇ ਵੀ ਦੱਸਦੇ ਆ ਕਿ ਇਸ ਹਫ਼ਤੇ ਗਰਮੀ ਕਾਫੀ ਜ਼ਿਆਦਾ ਪੈਣੀ ਆ। ਸੋ ਜਿਹੜਾ ਹੁਣ ਪਹਿਲਾ ਪੂਰੇ ਦਾ ਪੂਰਾ ਸਟ੍ਰੈਚ ਜਿਹੜਾ ਇਹ ਸ਼ੁਰੂ ਹੋ ਜਾਣਾ ਅੱਜ ਤੋਂ ਲੈ ਕੇ ਬੁੱਧਵਾਰ, ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਦੱਸਦੇ ਆ ਕਿ ਟੈਂਪਰੇਚਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 20 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਵਿੱਚ ਵੀ ਕੁਝ ਥਾਵਾਂ ਦੇ ਵਿੱਚ ਹੋਊਗਾ। ਇਹ ਫੋਰਕਾਸਟ ਕੀਤਾ ਜਾ ਰਿਹਾ। ਦਿਨ ਦਾ ਟੈਂਪਰੇਚਰ ਕਾਫੀ ਜ਼ਿਆਦਾ ਵਧੂਗਾ, ਰਾਤ ਨੂੰ ਥੋੜ੍ਹਾ ਜਿਹਾ ਟੈਂਪਰੇਚਰ ਠੀਕ ਠਾਕ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਪੂਰਾ ਹਫ਼ਤਾ ਵੀਕਐਂਡ ਤੱਕ, ਸ਼ੁੱਕਰ ਸ਼ਨੀ ਐਤਵਾਰ ਨੂੰ ਜ਼ਿਆਦਾ ਜਿਹੜਾ ਸਨੀ ਵੀ ਆ ਅਤੇ ਉੱਧਰ ਨੂੰ ਗਰਮੀ ਵੀ ਜ਼ਿਆਦਾ ਪਊਗੀ। ਟੈਂਪਰੇਚਰ ਦੇ ਨਾਲ ਜਿਹੜੀ ਹੀਟ ਰਿਲੇਟਡ ਇਲਨੈਸ ਆ, ਉਹਦਾ ਕਹਿੰਦੇ ਬਿਮਾਰੀ ਦਾ ਖਤਰਾ ਕੁਦਰਤੀ ਤੌਰ ਦੇ ਉੱਤੇ ਜ਼ਿਆਦਾ ਵੱਧ ਜਾਂਦਾ। ਇਨਵਾਇਰਮੈਂਟ ਅਤੇ ਕਲਾਈਮੇਟ ਚੇਂਜ ਕੈਨੇਡਾ, ਉਹਨਾਂ ਨੇ ਅੱਜ ਜਿਹੜੀ ਇੱਕ ਸੂਚਨਾ ਕੀਤੀ ਹੈ, ਅਸਲ 'ਚ ਵਾਰਨਿੰਗ ਨਹੀਂ ਹੈ, ਨਾ ਹੀ ਐਡਵਾਈਜ਼ਰੀ ਹੈ, ਸੂਚਨਾ ਆ, ਲੋਕਾਂ ਦੇ ਨਾਲ ਸਾਂਝੀ ਕੀਤੀ ਆ ਕਿ ਇਹ ਜਿਹੜੀ ਗਰਮੀ ਜਦੋਂ ਵਧਣੀ ਆ, ਇਹਦੇ ਨਾਲ ਫਿਰ ਇਹ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਵਾਧਾ ਹੋਊਗਾ। ਉਹਦੇ ਤੋਂ ਵੀ ਬਚਾਅ ਰੱਖਿਆ ਜਾਣਾ ਚਾਹੀਦਾ। ਇਸ ਵੇਲੇ ਇਹ ਗੱਲਬਾਤ ਉਦੋਂ ਕੀਤੀ ਜਾ ਰਹੀ ਆ ਜਦੋਂ ਇੱਕ ਸਾਲ ਦੀ, ਪਿਛਲੇ ਸਾਲ ਗਰਮੀ ਪੈ ਚੁੱਕੀ ਸੀ। BC ਦੇ ਵਿੱਚ ਇੱਕ ਡੋਮ ਬਣਿਆ ਸੀ, 600 ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਤਾਂ ਹੋਈਆਂ ਸੀ। ਬਹੁਤ ਸਾਰੀਆਂ ਮੌਤਾਂ ਸੀਨੀਅਰਸ ਦੀਆਂ ਸੀਗੀਆਂ, ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਮੌਤਾਂ ਇਹਦੇ ਨਾਲ ਹੋਈਆਂ ਸੀ, ਜਾਂ ਉਹਨਾਂ ਲੋਕਾਂ ਦੀਆਂ ਮੌਤਾਂ ਹੋਈਆਂ ਸੀ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਸੀ, ਕੋਈ ਨਾ ਕੋਈ ਬਿਮਾਰੀ ਪਹਿਲਾਂ ਸੀ ਜਿਹਦੇ ਨਾਲ ਲੜ ਰਹੇ ਸੀ। ਉੱਤੋਂ ਗਰਮੀ ਆ ਗਈ। ਦਿਨ ਆਹੀ ਸੀਗੇ ਜਿਹੜੇ ਇਸ ਵੇਲੇ ਚੱਲ ਰਹੇ। ਤੁਹਾਨੂੰ ਯਾਦ ਹੋਊਗਾ ਜੂਨ ਦਾ ਆਖਰੀ ਹਫ਼ਤਾ ਅਤੇ ਜੁਲਾਈ ਦਾ ਸ਼ੁਰੂਆਤ, ਜਦੋਂ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਪਹੁੰਚ ਗਿਆ ਸੀ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਟੈਂਪਰੇਚਰ 20 ਜਾਂ 30 ਦੇ ਨੇੜੇ ਪਹੁੰਚ ਜਾਣਾ। ਇਹ ਕੁਛ ਵੀ ਨਹੀਂ ਲੱਗਦਾ ਉਹਦੇ ਹਿਸਾਬ ਨਾਲ, ਪਰ ਕਿਉਂਕਿ ਪਿਛਲੇ ਸਮੇਂ ਵਿੱਚ ਠੰਡ ਪਈ ਜਾਂਦੀ ਹੈ, ਇਸ ਕਰਕੇ ਇਹ ਇਸ ਵਾਰੀ ਗਰਮੀ ਜਿਹੜੀ ਆ ਉਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਪਰ ਦੱਸਿਆ ਜਾ ਰਿਹਾ ਕਿ ਉਸ 40 ਡਿਗਰੀ ਤੱਕ ਟੈਂਪਰੇਚਰ ਦੇ ਪਹੁੰਚਣ ਦੀ ਆਸ ਨਹੀਂ ਹੈ ਜੋ ਪਿਛਲੀ ਵਾਰੀ ਹੋਇਆ। ਔਰ ਤੁਹਾਨੂੰ ਯਾਦ ਹੋਊਗਾ ਜਿਹੜਾ ਵਿਲੇਜ ਆਫ ਲਿਟਨ ਸੀਗਾ, ਉੱਥੇ ਅੱਗ ਲੱਗੀ ਸੀ 30 ਜੂਨ ਨੂੰ,
ਤੇ 3 ਦਿਨ ਲਗਾਤਾਰ ਇੰਨੀ ਜ਼ਿਆਦਾ ਗਰਮੀ ਪਈ ਸੀ ਕਿ ਪਹਿਲੇ ਸਾਰੇ ਰੈਕਟ ਟੁੱਟ ਗਏ ਸੀ ਤੇ ਕੈਨੇਡਾ ਦੇ ਵਿੱਚ 49.5 ਡਿਗਰੀ ਸੈਂਟੀਗ੍ਰੇਡ ਦੇ ਉੱਤੇ ਵੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਸੋ ਦੂਜੇ ਇਹਦੇ ਨਾਲ ਜਿਹੜਾ ਵਾਈਲਡ ਫਾਇਰ ਦਾ ਰਿਸਕ ਆ ਉਹ ਦੱਸਿਆ ਜਾ ਰਿਹਾ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਘੱਟ ਆ। ਜਿਹੜਾ ਟੈਂਪਰੇਚਰ ਬਹੁਤਾ ਨਹੀਂ, ਇਸ ਕਰਕੇ ਜੰਗਲ ਦੀਆਂ ਅੱਗਾਂ ਵੀ ਘੱਟ ਲੱਗਣਗੀਆਂ। ਤੇ ਪਿਛਲੇ ਸਾਲ ਕੈਂਪ ਫਾਇਰ ਬੈਨ ਕੀਤੀ ਸੀ, ਇਸ ਵਾਰੀ ਉਹ ਵੀ ਕੋਈ ਬੈਨ ਨਹੀਂ ਹੈ, ਕੈਂਪ ਫਾਇਰ ਕੀਤੀ ਜਾ ਸਕਦੀ ਆ। ਲੋਕ ਜਿਹੜਾ ਆਪਣਾ ਅੱਗ ਬਾਲ ਕੇ ਜਿਹਦਾ ਆਨੰਦ ਮਾਣਦੇ ਆ ਉਹ ਕਰ ਸਕਦੇ ਆ। ਸੋ ਦੂਜਾ ਜਿਹੜਾ ਜਦੋਂ ਇਹ ਹੀਟ ਵਧਣੀ ਆ, ਇਹਦੇ ਨਾਲ ਹੜ੍ਹਾਂ ਦਾ ਖਤਰਾ ਵਧੂਗਾ ਤੇ ਬਹੁਤ ਸਾਰੇ ਇਲਾਕੇ ਜਿਹੜੇ ਆ ਜਿੱਥੇ ਫਲੱਡ ਵਾਚ ਦੇ ਅੰਡਰ ਰੱਖੇ ਗਏ ਆ। ਰਿਵਰ ਫੋਰਕਾਸਟ ਸੈਂਟਰ ਇਹ ਦੱਸ ਰਿਹਾ ਆ ਕਿ ਜਿਹੜੀ ਸਨੋ ਮੈਲਟ ਆ ਉਹਦੇ ਨਾਲ ਟੈਂਪਰੇਚਰ ਵਧਣ ਦੇ ਨਾਲ ਇਹ ਹੋਊਗੀ। ਤੇ ਦੂਜਾ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਐਵਲੈਂਚ ਐਕਟੀਵਿਟੀ ਉਹ ਜ਼ਿਆਦਾ ਵੱਧ ਜੂਗੀ, ਜਿਹੜੀਆਂ ਪੂਰੀਆਂ ਸੈੱਲਾਂ ਬਰਫ਼ ਦੀਆਂ ਉੱਤੋਂ ਗਰਮੀ ਦੇ ਨਾਲ ਥੱਲੇ ਡਿੱਗਣ ਲੱਗ ਜਾਂਦੀਆਂ ਆ। ਸੋ ਟੈਂਪਰੇਚਰ ਇਸ ਵੇਲੇ ਕਾਫੀ ਠੰਡਾ ਆ। ਉੱਤੇ ਖਾਸ ਕਰ ਮਾਊਂਟੇਨਸ ਦੇ ਉੱਤੇ ਜਾ ਕੇ ਉੱਥੇ ਸਲਿਪਰੀ ਕੰਡੀਸ਼ਨਸ ਕਾਫੀ ਹੋ ਸਕਦੀਆਂ ਆ। ਦੱਸਿਆ ਜਾ ਰਿਹਾ ਕਿ ਥੋੜ੍ਹਾ ਜਿਹਾ ਜੇਕਰ ਤੁਸੀਂ ਹਾਈਕਿੰਗ ਦੇ ਲਈ ਉੱਧਰਲੇ ਪਾਸੇ ਜਾ ਰਹੇ ਆ ਤਾਂ ਆਪਣਾ ਥੋੜ੍ਹਾ ਜਿਹਾ ਟਾਈਮ ਵੱਧ ਲੈ ਕੇ ਜਾਓ ਤੇ ਆਪਣੇ ਜਿਹੜੇ ਐਕਸਟਰਾ ਕਲੋਥਿੰਗ ਆ ਉਹ ਨਾਲ ਲੈ ਕੇ ਜਾਓ, ਕਿਉਂਕਿ ਅਜੇ ਵੀ ਟੈਂਪਰੇਚਰ ਉੱਥੇ ਹੈਗਾ, ਫਰੀਜ਼ਿੰਗ ਲੈਵਲ ਵੱਧ ਰਿਹਾ ਆ। ਜਿਹੜੇ ਲੋਕਲ ਜਿਹੜੇ ਸਰਚ ਤੇ ਰੈਸਕਿਊ ਕਰਿਊਜ਼ ਆ ਉਹ ਵੀ ਵਾਰਨਿੰਗ ਸਮੇਂ ਦੇ ਉੱਤੇ ਵੈਦਰ ਦੀਆਂ ਸ਼ੇਅਰ ਕਰ ਰਹੇ ਆ। ਸੋ ਖਾਸ ਤੌਰ ਦੇ ਉੱਤੇ ਆਪਣੀਆਂ ਵੈਦਰ ਦੀਆਂ ਵਾਰਨਿੰਗਸ ਦੇਖ ਕੇ ਬਾਹਰ ਨਿਕਲੋ। ਤੁਸੀਂ ਹਾਈਕਿੰਗ ਦੇ ਲਈ ਜਾ ਰਹੇ ਹੋ ਜਾਂ ਤੁਸੀਂ ਬਾਈਕਰ ਆ, ਕਿਤੇ ਬਾਈਕਸ ਲੈ ਕੇ ਜਾ ਰਹੇ ਆ, ਤਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ। ਦੂਜੇ ਪਾਸੇ ਜਿਹੜਾ ਟੋਰਾਂਟੋ ਵਾਲਾ ਇਲਾਕਾ ਆ ਉੱਥੇ ਵੀ ਦੱਸਦੇ ਆ ਕਿ 40 ਡਿਗਰੀ ਦੇ ਨੇੜੇ ਤੇੜੇ ਇਸ ਵੇਲੇ ਟੈਂਪਰੇਚਰ ਪਹੁੰਚ ਜਾਊਗਾ ਇਸ ਹਫ਼ਤੇ ਦੇ ਵਿੱਚ। ਗਰਮੀ ਕਾਫੀ ਜ਼ਿਆਦਾ ਪੈਣ ਦੀ ਸੰਭਾਵਨਾ ਉਧਰਲੇ ਪਾਸੇ ਵੀ ਦੱਸੀ ਜਾ ਰਹੀ ਹੈ। ਐਨਵਾਇਰਨਮੈਂਟ ਕੈਨੇਡਾ ਨੇ ਜਿਹੜੀ ਮੰਗਲਵਾਰ ਤੇ ਬੁੱਧਵਾਰ ਨੂੰ ਉਹਨਾਂ ਨੇ ਹੀਟ ਵਾਰਨਿੰਗ ਜਾਰੀ ਕੀਤੀ ਹੈ ਅਸਲ ਦੇ ਵਿੱਚ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਕਿ ਕੱਲ੍ਹ ਤੇ ਅੱਜ ਜਿਹੜਾ ਤਾਪਮਾਨ ਆ ਉਹ 35 ਡਿਗਰੀ ਦੇ ਨੇੜੇ ਤੇੜੇ ਚਲੇ ਜਾਣਾ ਤੇ ਹੌਲੀ ਹੌਲੀ, ਕਿਉਂਕਿ ਹਿਊਮਿਡਿਟੀ ਆ, ਹੁਮਸ ਆ, ਹਵਾ ਦੇ ਵਿੱਚ ਸਿੱਲ ਆ, ਨਮੀ ਆ, ਉਹਦੇ ਕਰਕੇ ਇਹ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਵੀ ਮਹਿਸੂਸ ਤੁਹਾਨੂੰ 40-42 ਡਿਗਰੀ ਤੱਕ ਹੋ ਸਕਦਾ, ਫੀਲ ਲਾਈਕ ਜਿਹਨੂੰ ਕਹਿੰਦੇ ਆ, ਇੱਥੇ ਤੱਕ ਪਹੁੰਚ ਜਾਊਗਾ। ਰਾਤ ਵੇਲੇ ਥੋੜ੍ਹਾ ਜਿਹਾ ਮੌਸਮ ਠੰਡਾ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਆ ਤੇ ਉੱਥੇ ਵੀਰਵਾਰ ਤੋਂ ਬਾਅਦ ਯਾਨੀ ਕਿ ਕੱਲ੍ਹ ਤੋਂ ਬਾਅਦ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲ ਜੂਗੀ। ਪਰ ਜਿਹੜਾ ਪੂਰੇ ਦਾ ਪੂਰਾ ਹਫ਼ਤਾ ਆ 25-26 ਡਿਗਰੀ ਦੇ ਆਸ-ਪਾਸ ਇਹ ਤਾਪਮਾਨ ਉੱਥੇ ਰਹਿਣ ਦੀ ਗੱਲਬਾਤ ਦੱਸੀ ਜਾ ਰਹੀ ਹੈ। ਜਿਹਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਾਲ ਦੱਸਿਆ ਸੀ ਕਿ 600 ਤੋਂ ਜ਼ਿਆਦਾ ਮੌਤਾਂ ਹੋਈਆਂ ਸੀ। ਟੋਰਾਂਟੋ ਦੇ ਵਿੱਚ ਵੀ ਜਿਹੜੀ ਇਹ ਐਡਵਾਈਜ਼ਰੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਬੱਚੇ, ਬਜ਼ੁਰਗ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, ਜਿਹੜੀਆਂ ਪ੍ਰੈਗਨੈਂਟ ਵੂਮਨ ਨੇ, ਉਹਨਾਂ ਨੂੰ ਗਰਮੀ ਤੋਂ ਜ਼ਿਆਦਾ ਖਤਰਾ ਹੈ, ਉਹ ਆਪਣਾ ਬਚਾਅ ਰੱਖਣ। ਇਹ ਵੀ ਕਿਹਾ ਗਿਆ ਕਿ ਜਿਹੜੀਆਂ ਠੰਡੀ ਤਸੀਰ ਵਾਲੀਆਂ ਚੀਜ਼ਾਂ ਉਹ ਜ਼ਿਆਦਾ ਖਾਓ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਤੁਹਾਡੇ ਪੈਟਸ ਨੇ ਉਹਨਾਂ ਨੂੰ ਕਾਰ ਦੇ ਵਿੱਚ ਛੱਡ ਕੇ ਭੁੱਲ ਨਾ ਜਾਓ। ਕੱਲ੍ਹ ਅਸੀਂ ਬੱਚਿਆਂ ਦੀ ਖਬਰ ਕੀਤੀ ਸੀ ਸਾਂਝੀ ਕਿ ਲੋਕ ਬੱਚਿਆਂ ਨੂੰ ਕਾਰ ਦੇ ਵਿੱਚ ਛੱਡ ਕੇ ਭੁੱਲ ਜਾਂਦੇ, ਜਿਹਦੇ ਨਾਲ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕਈ ਲੋਕ ਆਪਣੇ ਪੈਟਸ ਨੂੰ, ਕੁੱਤਾ ਬਿੱਲੀ ਉਹਨਾਂ ਨੇ ਘਰ ਰੱਖਿਆ ਆ, ਉਹਨੂੰ ਕਾਰ ਦੇ ਵਿੱਚ ਕਈ ਵਾਰੀ ਭੁੱਲ ਜਾਂਦੇ ਆ। ਕੰਮ ਕਰਨ ਵਾਲਿਆਂ ਨੂੰ ਕਿਹਾ ਕਿ ਵਿੱਚ ਤੁਸੀਂ ਕਿਤੇ ਨਾ ਕਿਤੇ ਰੁਕ ਕੇ ਜ਼ਰੂਰ ਜਿਹੜਾ ਇਸ ਗਰਮੀ ਤੋਂ ਬਚਾਅ ਕਰੋ, ਨਹੀਂ ਤਾਂ ਜਿਹੜੀ ਸਮੱਸਿਆ ਆ ਉਹ ਵੱਡੀ ਹੋ ਸਕਦੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਕਮੀ ਇੱਕ ਭਖਦਾ ਮੁੱਦਾ ਰਿਹਾ ਆ, ਪਰ ਹੁਣ ਲੱਗਦਾ ਕਿ ਇਸ ਕਮੀ ਨੂੰ ਦੂਰ ਕਰਨ ਦੇ ਲਈ ਸਰਕਾਰ ਦਾ ਕੀਤਾ ਗਿਆ ਯਤਨ ਸਾਰਥਕ ਸਿੱਧ ਹੋ ਸਕਦਾ ਹੈ। ਮਿਲੀਅਨ ਦੇ ਕਰੀਬ, 10 ਲੱਖ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਆ, ਫੈਮਿਲੀ ਫਿਜ਼ੀਸ਼ੀਅਨ ਨਹੀਂ ਆ। ਇਹ ਇੱਕ ਬਹੁਤ ਵੱਡੀ ਸਮੱਸਿਆ ਆ ਤੇ ਜਿਹੜੇ ਡਾਕਟਰ ਆ ਉਹ ਇਸ ਪਾਸੇ ਆਉਣ ਨੂੰ ਤਿਆਰ ਨਹੀਂ ਆ। ਡਾਕਟਰਾਂ ਦੀ ਬਹੁਤ ਵੱਡੀ ਘਾਟ ਆ, ਕਿਉਂਕਿ ਫੈਮਿਲੀ ਡਾਕਟਰ ਬਣਨ ਦੇ ਲਈ ਕਈ ਝਮੇਲੇ ਕਰਨੇ ਪੈਂਦੇ ਆ। ਇਹ ਬਿਲਕੁਲ ਇੱਕ ਡਾਕਟਰ ਦੀ ਸਕਿੱਲ ਨਾ ਹੋ ਕੇ ਇੱਕ ਬਿਜ਼ਨਸ ਚਲਾਉਣ ਵਰਗਾ ਕੰਮ ਹੋ ਜਾਂਦਾ ਵੀ ਸਟਾਫ ਰੱਖਣਾ, ਰੈਕਟ ਰੱਖਣਾ, ਸਾਰਾ ਕੁਛ ਮਤਲਬ ਉਹਨੂੰ ਸੰਭਾਲਣਾ। ਇਸ ਕਰਕੇ ਦੱਸਦੇ ਆ ਕਿ ਬਹੁਤ ਸਾਰੇ ਲੋਕ ਇੱਧਰਲੇ ਪਾਸੇ ਆਉਣ ਨੂੰ ਤਿਆਰ ਨਹੀਂ। ਉਹ ਕਹਿੰਦੇ ਕੁਛ ਹੋਰ ਕਰ ਲਓ, ਸਪੈਸ਼ਲਾਈਜੇਸ਼ਨ ਕਰ ਲਓ, ਪਰ ਫੈਮਿਲੀ ਡਾਕਟਰ ਬਣਨਾ ਘਾਟੇ ਦਾ ਸੌਦਾ ਆ। ਸਿਰਦਰਦੀ ਜ਼ਿਆਦਾ, ਇੱਧਰਲੇ ਪਾਸੇ ਲੋਕ ਆਉਂਦੇ ਨਹੀਂ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਮਾਫੀ ਚਾਹੁੰਦਾ, ਜਿਹੜੀ ਸਾਡੀ ਇੱਥੇ ਦੀ ਲਿਬਰਲ ਪਾਰਟੀ ਆ, BC ਲਿਬਰਲ, ਜਦੋਂ ਉਹਨਾਂ ਨੇ ਓਕਨਾਗਨ ਦੇ ਵਿੱਚ ਆਪਣੀ ਜਿਹੜੀ ਗੈਦਰਿੰਗ ਕੀਤੀ ਸੀ, ਉਹਦੇ ਵਿੱਚ ਕੈਵਨ ਫਾਲਕਨ ਜਿਹੜੇ ਲੀਡਰ ਨੇ, ਉਹਨਾਂ ਨੇ ਸਭ ਤੋਂ ਵੱਧ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਸਰਕਾਰ ਇਸ ਗੱਲ ਦੇ ਵਿੱਚ ਫੇਲ ਹੋ ਗਈ ਆ ਕਿ ਮਿਲੀਅਨ ਦੇ ਕਰੀਬ ਲੋਕ ਬਿਨਾਂ ਡਾਕਟਰ ਤੋਂ ਤੁਰੇ ਫਿਰਦੇ ਆ, ਵੇਟ ਟਾਈਮ ਇੰਨਾ ਜ਼ਿਆਦਾ ਆ, ਐਮਰਜੈਂਸੀ ਦੀ ਮਾੜੀ ਹਾਲਤ ਆ। ਸਭ ਤੋਂ ਵੱਧ ਉਹਨਾਂ ਨੇ ਇਸ ਚੀਜ਼ ਨੂੰ ਟਾਰਗੇਟ ਕੀਤਾ ਸੀ ਤੇ ਹੁਣ
ਐਨਡੀਪੀ ਸਰਕਾਰ ਨੇ ਇਹਦਾ ਹੱਲ ਕਰਦਿਆਂ, ਹਾਲਾਂਕਿ ਇਹਦਾ ਉਹਦੇ ਨਾਲ ਕੋਈ ਸੰਬੰਧ ਹੈਗਾ ਪਤਾ ਨਹੀਂ, ਪਰ ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਹਿੱਟ ਇਸ ਚੀਜ਼ ਨੂੰ ਕੀਤਾ ਸੀ, ਇਧਰਲੇ ਪਾਸੇ ਹੁਣ ਐਨਡੀਪੀ ਨੇ, ਸਰਕਾਰ ਨੇ ਇਸ ਵੇਲੇ ਅਸਲ ਦੇ ਵਿੱਚ ਸਿਹਤ ਮਹਿਕਮੇ ਨੇ ਵੱਡਾ ਸਟੈਪ ਲੈਂਦਿਆਂ ਕੁਝ ਯਤਨ ਕੀਤੇ ਆ ਕਿ ਜਿਹੜਾ ਡਾਕਟਰ ਵੀ ਇੱਥੇ ਫੈਮਿਲੀ ਫਿਜ਼ੀਸ਼ੀਅਨ ਬਣੂਗਾ ਉਹਨੂੰ ਅਸੀਂ ਕੁਛ ਨਾ ਕੁਛ ਬੋਨਸ ਦੇਵਾਂਗੇ। ਸਾਈਨ ਅਪ ਬੋਨਸ, ਜਿਹੜਾ ਸਾਈਨਿੰਗ ਬੋਨਸ ਆ ਉਹ ਦਿੱਤਾ ਜਾਊਗਾ, ਉਹ ਵੀ $25,000 ਦਾ, ਕਿ ਜੇ ਤੁਸੀਂ ਬਣਨ ਨੂੰ ਤਿਆਰ ਆ ਤਾਂ $25,000 ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਜਾਊਗਾ ਕਿ ਤੁਸੀਂ ਇਸ ਕੰਮ ਦੇ ਵਿੱਚ ਆ ਜਾਓ। ਬਹੁਤ ਵੱਡੀ ਅਮਾਊਂਟ ਆ ਇਹ। ਦੂਜਾ ਉਹ ਕਹਿੰਦੇ ਅਸੀਂ ਚੰਗਾ ਲੋਨ ਦੇਵਾਂਗੇ, ਕਰਜ਼ਾ ਦੇਵਾਂਗੇ, ਤੇ ਇੱਕ ਜਿਹੜੀ ਕਰਜ਼ੇ ਨੂੰ ਮੁਆਫ ਕਰਾਂਗੇ ਬਾਅਦ ਦੇ ਵਿੱਚ, ਜਿਹੜੀ ਲੋਨ ਫੋਰਗਿਵਨੈਸ ਆ, ਤੇ ਉਹ ਕਹਿੰਦੇ ਕਾਫੀ ਜ਼ਿਆਦਾ ਅਸੀਂ ਉਹਦੇ ਵਿੱਚ ਵੀ ਮਾਫੀ ਦੇਵਾਂਗੇ ਤੇ ਤੁਹਾਡੇ ਚੰਗੇ ਪੇ ਚੈੱਕ ਹੋਣਗੇ। ਹੁਣ ਆਸ ਥੋੜ੍ਹੀ ਜਿਹੀ ਵੱਜੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਵੇਂ ਕਿ ਸਰਕਾਰ ਨੇ ਯਤਨ ਕੀਤਾ ਆ ਕਿ ਇੱਕ ਡਾਕਟਰ ਦੀ ਜਿਹੜੀ ਸਟਾਰਟਿੰਗ ਸੈਲਰੀ ਆ ਉਹ ਕਹਿੰਦੇ ਅਸੀਂ 3 ਲੱਖ ਦੇ ਕਰੀਬ ਦੇਵਾਂਗੇ ਸਾਲ ਦੀ, ਕਿ 3 ਲੱਖ ਉਹਨੂੰ ਘੱਟੋ ਘੱਟ ਬਣੂਗਾ, ਤੇ ਇਹ ਦੂਜੇ ਸਾਲ ਦੀ ਆ ਇੱਥੇ ਇਸ ਵੇਲੇ। ਹੁਣ 3 ਲੱਖ ਜਿਹੜਾ ਆ ਉਹ ਦੂਜੇ ਸਾਲ ਦੀ ਸੈਲਰੀ ਆ, ਤੇ ਸਰਕਾਰ ਕਹਿੰਦੀ ਹੈ ਅਸੀਂ ਪਹਿਲੇ ਸਾਲ ਹੀ $3 ਲੱਖ ਤੁਹਾਨੂੰ ਸੈਲਰੀ ਦੇ ਦਾਂਗੇ, ਤੇ ਅਗਲੇ 5 ਸਾਲਾਂ ਦੇ ਵਿੱਚ ਜਿਹੜਾ ਚੱਲਦੇ ਜਿਹੜੀ ਨਵਾਂ ਪ੍ਰੈਕਟਿਸ ਪ੍ਰੋਗਰਾਮ ਆ ਉਹਦੇ ਵਿੱਚ ਇਹ 150,000 ਜਿਹੜਾ ਆ ਲੋਨ ਫੋਰਗਿਵਨੈਸ, ਮਤਲਬ $1.5 ਲੱਖ ਤੁਹਾਨੂੰ ਕਰਜ਼ਾ ਮਾਫ ਕਰ ਦਿੱਤਾ ਜਾਊਗਾ, ਮਤਲਬ ਇੱਕ ਤਰ੍ਹਾਂ $1.5 ਲੱਖ ਤੁਹਾਨੂੰ ਦੇ ਦਿੱਤਾ ਜਾਊਗਾ। ਸੋ BC ਦੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਇਹ ਟੈਂਪਰੇਰੀ ਜਾਂ ਇੰਟਰਮ ਸਟੈਪ ਆ ਜਿਹਦੇ ਉੱਤੇ ਕੰਮ ਕੀਤਾ ਜਾ ਰਿਹਾ ਆ, ਸੋ ਟੈਂਪਰੇਰੀ ਸਟੈਪ ਇਸ ਭਾਵਨਾ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਫੈਮਿਲੀ ਫਿਜ਼ੀਸ਼ੀਅਨ ਮਿਲ ਸਕਣ, ਤੇ ਇਹਦੇ ਲਈ ਕੁਛ ਨਾ ਕੁਛ ਜਿਹੜਾ ਇਹਨੂੰ ਸਮੱਸਿਆ ਨੂੰ ਹੱਲ ਕਰਨ ਦੇ ਲਈ ਉਹਨਾਂ ਨੇ ਇਹ ਕਦਮ ਚੱਕਿਆ ਆ। ਦੂਜੇ ਪਾਸੇ ਬਹੁਤ ਸਾਰੇ ਡਾਕਟਰ ਕਿਉਂਕਿ ਇਸ ਪਾਸੇ ਆਉਣਾ ਨਹੀਂ ਸੀ ਚਾਹੁੰਦੇ, ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਇਧਰਲੇ ਪਾਸੇ ਉਹ ਆ ਜਾਣਗੇ, ਕਿਉਂਕਿ ਇਹਦੇ ਤੋਂ ਉੱਤੋਂ ਬਹੁਤ ਜ਼ਿਆਦਾ ਖਰਚੇ ਉਹਨਾਂ ਦੇ ਪੈਂਦੇ ਆ ਇਹਨਾਂ ਡਾਕਟਰਸ ਦੇ ਉੱਤੇ, ਫਿਰ ਉਹਨਾਂ ਨੂੰ ਮੈਨੇਜ ਕਰਨਾ ਪੈਂਦਾ, ਇੱਕ ਬਿਜ਼ਨਸ ਵਾਂਗੂ ਹਿਸਾਬ ਕਿਤਾਬ ਰੱਖਣਾ ਪੈਂਦਾ। ਤੇ ਹੁਣ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਸਾਈਨਿੰਗ ਬੋਨਸ ਆ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਉਹਨਾਂ ਨੂੰ ਜਿਹੜਾ ਇੱਕ ਵੱਡੀ ਅਮਾਊਂਟ ਪਹਿਲਾਂ ਹੀ ਸ਼ੁਰੂ ਦੇ ਵਿੱਚ ਮਿਲ ਜਾਣੀ ਆ, ਤੇ ਉਹਦੇ ਨਾਲ ਉਹ ਇਧਰਲੇ ਪਾਸੇ ਅਟਰੈਕਟ ਹੋਣਗੇ, ਕਰਜ਼ਾ ਲੈਣਗੇ, ਉਹਦੀ ਮੁਆਫੀ ਮਿਲ ਜੂਗੀ, ਜਿਹੜੀ ਉਹਨਾਂ ਦੀ ਪੈਕੇਜ ਆ ਉਹ ਪੂਰੇ ਸਾਲ ਦਾ ਵਧਾ ਦਿੱਤਾ ਗਿਆ ਆ। ਸੋ ਯਤਨ ਕੀਤੇ ਜਾ ਰਹੇ ਆ ਕਿ ਇਸ ਖੇਤਰ ਦੇ ਵਿੱਚ ਹੋਰ ਡਾਕਟਰ ਆਉਣ, ਜਿਹੜਾ ਪਿਛਲਾ ਜਿਹੜੇ ਕਿਉਂਕਿ ਉਹਨਾਂ ਨੂੰ ਇਸ ਫੈਮਿਲੀ ਪ੍ਰੈਕਟਿਸ ਦੇ ਵਿੱਚ ਰਹਿਣਾ ਜਸਟੀਫਾਈ ਕਰਨਾ ਔਖਾ ਹੋਇਆ ਡਾਕਟਰਾਂ ਨੂੰ, ਕਿ ਅਸੀਂ ਕਿਉਂ ਇਸ ਕੰਮ ਦੇ ਵਿੱਚ ਪਈਏ ਜਿੱਥੇ ਨਾ ਉਨੀ ਆਮਦਨ ਆ ਤੇ ਸਿਰਦਰਦੀ ਉਹਦੀ ਕਿਤੇ ਨਾ ਕਿਤੇ ਜ਼ਿਆਦਾ ਆ। ਸੋ ਹੁਣ ਇਹ ਹੱਲ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਿਕਲਦਾ ਆ, ਇਹਦੇ ਨਾਲ ਜਿਹੜੇ ਕੁਛ ਹੋਰ ਹੈਗੇ ਆ, ਕਿਉਂਕਿ ਕੁਛ ਸੈਂਕੜੇ ਹੋਰ ਇਸ ਸਾਲ ਡਾਕਟਰ ਬਣਨੇ ਆ, ਤੇ ਕੁਛ ਜਿਹੜੇ ਪਿਛਲੇ ਸਾਲ ਦੇ ਐਲੀਜੀਬਲ ਹੋਣਗੇ ਉਹਨਾਂ ਦਾ ਇੱਕ ਪੋਰਸ਼ਨ ਹੀ ਫੈਮਿਲੀ ਪ੍ਰੈਕਟਿਸ ਵਾਲੇ ਪਾਸੇ ਚੱਲਦਾ ਆ, ਤੇ ਬਾਕੀ ਜਿਹੜੇ ਆ ਉਹ ਦੂਜੇ ਪਾਸੇ ਚਲੇ ਜਾਂਦੇ ਆ। ਹੁਣ ਉਹਨਾਂ ਦੇ ਲਈ ਇੱਕ ਵੱਡੀ ਚੀਜ਼ ਹੋਊਗੀ ਕਿ ਉਹ ਵੀ ਇਸ ਪਾਸੇ ਆਉਣਗੇ, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਦੇਣ ਦਾ ਸਰਕਾਰ ਯਤਨ ਕਰ ਰਹੀ ਆ ਕਿ ਫੈਮਿਲੀ ਫਿਜ਼ੀਸ਼ੀਅਨ ਦੀ ਘਾਟ 10 ਲੱਖ ਬੰਦਾ ਥੋੜ੍ਹਾ ਨਹੀਂ ਹੁੰਦਾ ਜਿਹਦੇ ਕੋਲ ਇਸ ਵੇਲੇ ਫੈਮਿਲੀ ਫਿਜ਼ੀਸ਼ੀਅਨ ਹੀ ਹੈ ਨਹੀਂ, ਡਾਕਟਰ ਹੀ ਹੈ ਨਹੀਂ। ਉਹ ਇਸ ਜਿਹੜੀਆਂ ਆਫਰਸ ਉਹਨਾਂ ਨੇ ਡਾਕਟਰਸ ਨੂੰ ਦਿੱਤੀਆਂ ਆ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਇੱਧਰਲੇ ਪਾਸੇ ਆਉਣ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਮਹਿੰਗਾਈ ਸਿਰਫ ਕੈਨੇਡਾ ਦਾ ਨਹੀਂ, ਅਮਰੀਕਾ ਦਾ ਨਹੀਂ, ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਮੁੱਦਾ ਬਣਿਆ। ਮਹਿੰਗਾਈ ਵੱਧ ਰਹੀ ਹੈ, ਕਾਰਨ ਕਿੰਨੇ ਦੱਸੇ ਜਾ ਰਹੇ ਆ, ਪਰ ਕੈਨੇਡਾ ਦੇ ਵਿੱਚ ਮਹਿੰਗਾਈ ਨੇ ਪਿਛਲੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਆ। ਹੁਣ ਦੱਸਦੇ ਆ ਕਿ ਮਈ ਮਹੀਨੇ ਦੇ ਵਿੱਚ ਇਹ ਜਿਹੜੀ ਰੇਟ ਸੀਗਾ ਇਹ 7.7% ਦੇ ਉੱਤੇ ਪਹੁੰਚ ਗਿਆ, ਜਿਹੜਾ ਕਿ ਦੱਸਦੇ ਆ ਪਿਛਲੇ 40 ਸਾਲਾਂ ਦੇ ਵਿੱਚ ਕਦੇ ਵੀ ਇਹ ਇੰਡੈਕਸ ਇੱਥੇ ਤੱਕ ਨਹੀਂ ਪਹੁੰਚਿਆ। 7.7 ਦੇ ਉੱਤੇ ਮਹਿੰਗਾਈ ਦਰ ਪਹੁੰਚਣੀ ਆਪਣੇ ਆਪ ਦੇ ਵਿੱਚ ਰੈਕਡ ਆ। 40 ਸਾਲਾਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਇੰਨੀ ਮਹਿੰਗਾਈ ਨਹੀਂ ਦੇਖੀ ਜਿੰਨੀ ਇਸ ਵੇਲੇ ਜਿਹਦੇ ਵਿੱਚੋਂ ਹੋਣ ਲੰਘ ਰਿਹਾ। ਸਟੈਟਿਸਟਿਕਸ ਕੈਨੇਡਾ ਨੇ ਕੁਝ ਨਵੇਂ ਅੰਕੜੇ ਜਾਰੀ ਕੀਤੇ ਆ, ਜਿਹਦੇ ਅਨੁਸਾਰ ਜਿਹੜਾ 7.7% ਦੇ ਉੱਤੇ ਮਈ ਮਹੀਨੇ ਦੇ ਵਿੱਚ ਅੰਕੜਾ ਦੱਸਿਆ ਜਾ ਰਿਹਾ, ਇਹਦਾ ਕਾਰਨ ਵੱਡੇ ਮੁੱਖ ਤੌਰ ਦੇ ਉੱਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਨੇ। ਗੈਸ ਦੀਆਂ ਕੀਮਤਾਂ ਵਧੀਆਂ ਤਾਂ ਉਹਦੇ ਨਾਲ ਸਾਰਾ ਕੁਝ ਹੀ ਵੱਧ ਗਿਆ, ਟਰਾਂਸਪੋਰਟੇਸ਼ਨ ਦੀ ਕਾਸਟ ਵੱਧ ਗਈ। ਜਿਹੜਾ ਇੱਕ ਸਟੋਰ ਵਾਲਾ ਆ ਉਹ ਅਫੋਰਡ ਹੀ ਨਹੀਂ ਕਰ ਸਕਦਾ ਘੱਟ ਕੀਮਤ ਦੇ ਉੱਤੇ ਕਿਸੇ ਨੂੰ ਕੋਈ ਪ੍ਰੋਡਕਟ ਦੇਣਾ। ਸੋ ਜਿੰਨਾ, ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ 50% ਦੇ ਨੇੜੇ ਵਾਧਾ ਹੋ ਚੁੱਕਾ, ਇਕੱਲੇ ਮਈ ਮਹੀਨੇ ਦੇ ਵਿੱਚ 12% ਵਾਧਾ ਹੋਇਆ। ਹੁਣ ਉਹ ਸਾਰਾ ਵਾਧਾ ਕਿਤੇ ਨਾ ਕਿਤੇ ਪਾਸੇ ਇਸ ਪਾਸੇ ਜਾ ਕੇ ਨਿਕਲਿਆ ਹੈ ਕਿ ਮਹਿੰਗਾਈ ਕੈਨੇਡਾ ਦੇ ਵਿੱਚ ਵੱਧ ਰਹੀ ਹੈ, ਤੇ ਇਹ 40 ਸਾਲਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਹਿੰਗਾਈ। ਖਾਣ ਪੀਣ ਦੀਆਂ ਵਸਤਾਂ ਦੇ ਭਾਅ ਬਹੁਤ ਉੱਤੇ ਚਲੇ ਗਏ ਆ। ਗਰੋਸਰੀ ਬਿੱਲ 10% ਲੋਕਾਂ ਦਾ ਘੱਟੋ ਘੱਟ ਵੱਧ ਚੁੱਕਿਆ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ, ਖਾਸ ਕਰ ਜਿਹੜੇ ਐਡੀਬਲ ਫੈਟ ਆ ਜਾਂ ਆਇਲ ਆ,
ਉਹਦੇ ਵਿੱਚ 30% ਵਾਧਾ ਜਿਹੜਾ ਦਰਜ ਹੋਇਆ, ਜਿਹੜਾ ਆਪਣੇ ਆਪ ਦੇ ਵਿੱਚ ਰਿਕਾਰਡ ਆ। ਇਹ ਖਾਣ ਵਾਲਾ ਜਿਹੜਾ ਤੇਲ ਸੀ ਜਿਹਦੇ ਵਿੱਚ ਕੁੱਕ ਕੀਤਾ ਜਾਂਦਾ, ਉਹਦੀ ਕਦੇ ਕੀਮਤ ਇੱਥੇ ਤੱਕ ਨਹੀਂ ਸੀ ਗਈ। ਯੂਕਰੇਨ ਇੱਕੋ ਇੱਕ ਵੱਡਾ ਫੈਕਟਰ ਦੱਸਿਆ ਜਾ ਰਿਹਾ। ਕ੍ਰਿਟਿਕ ਇਹ ਵੀ ਕਹਿੰਦੀ ਆ ਕਿ ਸਰਕਾਰਾਂ ਇਸ ਵੇਲੇ ਬਹਾਨੇ ਬਣਾ ਰਹੀਆਂ ਕਿ ਜਿਹੜਾ ਅਸਲ ਦੇ ਵਿੱਚ ਉਹਨਾਂ ਦਾ ਆਪਣਾ ਸਾਰਾ ਉਹਨਾਂ ਤੋਂ ਮੈਨੇਜ ਨਹੀਂ ਹੋਇਆ, ਉਹਨੂੰ ਜਸਟੀਫਾਈ ਕਰਨ ਦੇ ਲਈ ਸਿਰਫ ਯੂਕਰੇਨ ਤੇ ਰੂਸ ਦੇ ਯੁੱਧ ਦਾ ਹਰ ਚੀਜ਼ ਉੱਧਰਲੇ ਪਾਸੇ ਸਿੱਟ ਕੇ ਜਸਟੀਫਾਈ ਕਰ ਰਿਹਾ ਕਿ ਜੀ ਉਹਦਾ ਕਾਰਨ ਤਾਂ ਮਹਿੰਗਾਈ ਵੱਧ ਰਹੀ ਹੈ। ਅਮਰੀਕਾ ਦੇ ਵਿੱਚ ਵੀ ਇਹੀ ਆ। ਰਾਸ਼ਟਰਪਤੀ ਜੋ ਬਾਈਡਨ ਦੇ ਜਿਹੜੇ ਵਿਰੋਧੀ ਨੇ ਉਹ ਇਹ ਗੱਲ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਇਹ ਪ੍ਰਸ਼ਾਸਨ ਦਾ ਫੇਲਰ ਆ ਕਿ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੈਂਡਲ ਨਹੀਂ ਕਰ ਸਕਿਆ, ਤੇ ਇਸ ਕਰਕੇ ਉਹ ਹੁਣ ਸਾਰੇ ਦਾ ਸਾਰਾ ਦੋਸ਼ ਜਿਹੜਾ ਯੂਕਰੇਨ ਤੇ ਰੂਸ ਦੇ ਯੁੱਧ ਦੇ ਉੱਤੇ ਲਾ ਰਹੇ। ਇਹੀ ਗੱਲ ਕੈਨੇਡਾ ਦੇ ਵਿੱਚ ਵੀ ਆ ਕਿ ਗੜਬੜ ਕਿੱਥੇ ਆ ਇਸ ਵੇਲੇ। ਪਰ ਦੱਸਿਆ ਜਾ ਰਿਹਾ, ਜਿਹੜੇ ਮਾਹਰ ਦੱਸ ਰਹੇ ਆ ਕਿ ਰੂਸ ਤੇ ਯੂਕਰੇਨ ਵਾਲੇ ਮਾਮਲੇ ਦਾ ਵੱਡਾ ਹੱਥ ਆ ਇੱਥੇ ਮਹਿੰਗਾਈ ਬਣਾਉਣ ਦੇ ਵਿੱਚ, ਕਿਉਂਕਿ ਜਿਹੜਾ ਸੂਰਜਮੁਖੀ ਦਾ ਤੇਲ ਆ, ਯੂਕਰੇਨ ਉਹਦਾ ਬਹੁਤ ਵੱਡਾ ਸਪਲਾਇਰ ਆ, ਤੇ ਉਹ ਪੂਰੀ ਦੀ ਪੂਰੀ ਸਪਲਾਈ ਉੱਥੋਂ ਪ੍ਰਭਾਵਿਤ ਹੋ ਗਈ। ਵੀਟ, ਕਣਕ ਕਹਿੰਦੇ ਉੱਥੋਂ ਆਉਂਦੀ ਸੀ, ਮੱਕੀ ਉੱਥੋਂ ਆਉਂਦੀ ਸੀ। ਇਹ ਸਾਰੀਆਂ ਚੀਜ਼ਾਂ ਜਿੱਥੇ ਸਿਰਫ ਖਾਣ ਦੇ ਲਈ ਵਰਤੀਆਂ ਜਾਂਦੀਆਂ ਸੀ, ਇਹਨਾਂ ਤੋਂ ਜਿਹੜੇ ਹੋਰ ਪ੍ਰੋਡਕਟ ਬਣਦੇ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਇਹਦਾ ਜਿਹੜਾ ਪਿਆ ਦੱਸਦਾ। ਜਿਹੜਾ ਕਰੂਡ ਆਇਲ ਆ ਉਹਦੇ ਵਿੱਚ ਲਗਾਤਾਰ ਕੀਮਤਾਂ ਵਧੀਆਂ, ਫਰਨੀਚਰ ਦੀਆਂ ਕੀਮਤਾਂ ਵਧੀਆਂ। ਇਸੇ ਤਰ੍ਹਾਂ ਹੀ ਜਿਹੜੇ ਟੈਰਿਫ ਹੋਰ ਕਈ ਪਿਛਲੇ ਸਮੇਂ ਦੇ ਵਿੱਚ ਸ਼ੁਰੂ ਹੋਏ ਆ, ਉਹਦੇ ਨਾਲ ਵੀ ਕੀਮਤਾਂ ਦਾ ਵਾਧਾ ਦਰਜ ਹੋਇਆ। ਕੈਨੇਡਾ ਦੀ ਮਹਿੰਗਾਈ ਦਰ ਅਪ੍ਰੈਲ ਦੇ ਵਿੱਚ 6.8% ਸੀਗੀ। ਇਹ ਜਿਹੜੀ 6.8 ਸੀਗੀ ਇਹਨੂੰ ਵੀ ਰਿਕਾਰਡ ਮੰਨਿਆ ਜਾ ਰਿਹਾ ਸੀ। ਅਸੀਂ ਵਾਰ-ਵਾਰ ਆਪਣੀਆਂ ਖਬਰਾਂ ਦੇ ਵਿੱਚ ਜ਼ਿਕਰ ਕਰਦੇ ਸੀ ਕਿ ਮਹਿੰਗਾਈ 6.8% ਹੋ ਗਈ, 6.8% ਹੋ ਗਈ। ਪਰ ਹੁਣ ਜਿਹੜਾ ਰੈਕਡ ਆ ਉਹਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਜਿਹੜੇ ਇਕੋਨੋਮਿਸਟ ਆ ਉਹ ਇਸ ਗੱਲ ਦਾ ਤਾਂ ਉਹਨਾਂ ਨੂੰ ਅੰਦਾਜ਼ਾ ਸੀਗਾ ਕਿ ਮਹਿੰਗਾਈ ਵੱਧ ਜਾਣੀ ਆ ਮਈ ਦੇ ਵਿੱਚ, ਪਰ ਉਹ ਮਈ ਦੀ ਜਿਹੜੀ ਮਹਿੰਗਾਈ ਆ ਉਹ ਹੁਣ ਇੰਨੀ ਜ਼ਿਆਦਾ ਵੱਧ ਗਈ ਹੋਊਗੀ ਇਹਦਾ ਅੰਦਾਜ਼ਾ ਉਹਨਾਂ ਨੂੰ ਨਹੀਂ ਸੀ। 1.4% ਦੱਸਦੇ ਆ ਇਹਦੇ ਇੱਕ ਵਾਧਾ ਹੋਇਆ ਸੀ। ਤੇ ਜਿਹੜਾ ਵਾਧਾ ਹੀ ਦੇਖਿਆ ਜਾਵੇ ਮਈ 2020 ਦੇ ਵਿੱਚ ਜਿੰਨਾ ਵਾਧਾ ਹੋਇਆ, ਇਹ ਪਿਛਲੇ 30 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਦੇ ਇੰਨਾ ਮਹਿੰਗਾਈ ਦੇ ਵਿੱਚ ਵਾਧਾ ਨਹੀਂ ਸੀ ਹੋਇਆ। ਦੂਜੀ ਗੱਲ, ਸਾਰੇ ਪ੍ਰੋਵਿੰਸਿਸ ਦੇ ਵਿੱਚ ਇਹ ਮਹਿੰਗਾਈ ਵਧੀ ਆ। ਸਸਕੈਚਪਨ ਦੇ ਵਿੱਚ 7% ਵਧੀ ਆ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇਹ 11% ਤੋਂ ਜ਼ਿਆਦਾ ਮਹਿੰਗਾਈ ਵਧੀ ਆ। ਹੁਣ ਲਗਾਤਾਰ ਵਧਦੀਆਂ ਇਸ ਮਹਿੰਗਾਈ ਤੋਂ ਲੋਕ ਪਰੇਸ਼ਾਨ ਆ। ਰੋਜ਼ਮਰਾ ਦੀਆਂ ਚੀਜ਼ਾਂ ਜਿਹੜੀਆਂ ਰੋਜ਼ ਉਹਨਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ, ਉਹਨਾਂ ਤੋਂ ਲੋਕ ਜਿਹੜੇ ਪਰੇਸ਼ਾਨ ਹੋਏ ਆ। ਜਿਹੜੇ ਲੋਕ ਨਹੀਂ ਕੰਮ ਕਰਦੇ ਸੀ ਉਹਨਾਂ ਵੀ ਕਿਤੇ ਨਾ ਕਿਤੇ ਕੰਮ ਕਰਨਾ ਪੈ ਰਿਹਾ ਆ। ਔਰ ਦੂਜੀ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਮਹਿੰਗਾਈ ਇਕੱਲੀ ਕੈਨੇਡਾ ਦੇ ਵਿੱਚ ਹੀ ਨਹੀਂ ਵਧੀ, ਇਹ ਪੂਰੀ ਦੁਨੀਆ ਦੇ ਵਿੱਚ ਵਧੀ ਆ। ਇੰਗਲੈਂਡ ਦੇ ਵਿੱਚ ਵੀ, ਅਮਰੀਕਾ ਦੇ ਵਿੱਚ 8% ਦੇ ਨੇੜੇ ਗਈ ਆ। ਤੇ ਸਟੈਟਿਸਟਿਕਸ ਕੈਨੇਡਾ ਨੇ ਪਹਿਲੀ ਵਾਰ ਇਹਨੂੰ ਇਸ ਤਰੀਕੇ ਦੇ ਨਾਲ ਕੁਝ ਨਵੇਂ ਜਿਹੜੇ ਪੈਰਾਮੀਟਰ ਇਹਦੇ ਵਿੱਚ ਸ਼ਾਮਲ ਕੀਤੇ ਆ। ਹੁਣ ਮਹਿੰਗਾਈ ਵੱਧ ਰਹੀ ਆ, ਲੋਕ ਸਟਰਗਲ ਕਰ ਰਹੇ ਆ ਇਹਦੇ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ। ਸਮੱਸਿਆ ਇਹ ਪੈਦਾ ਹੋ ਰਹੀ ਆ ਕਿ ਜਿਹੜੀ ਗੱਲਬਾਤ ਅਸੀਂ ਅਰਥ ਸ਼ਾਸਤਰੀਆਂ ਤੋਂ ਸੁਣ ਰਹੇ ਹਾਂ ਜਾਂ ਲਗਾਤਾਰ ਸਾਡੇ ਕੋਲ ਖਬਰਾਂ ਆ ਰਹੀਆਂ, ਉਹ ਇਹ ਆ ਕਿ ਮਹਿੰਗਾਈ ਨੂੰ ਰੋਕਣ ਦੇ ਲਈ ਸਰਕਾਰ ਦੇ ਕੋਲ ਇੱਕੋ ਇੱਕ ਤਰੀਕਾ ਹੈ ਇਸ ਵੇਲੇ ਇੰਟਰਸਟ ਰੇਟ ਵਧਾਉਣ ਦਾ, ਜਿਹੜਾ ਕਿ ਉਹਨੇ ਕਿੰਨੀ ਵਾਰੀ ਪਹਿਲਾਂ ਵਧਾ ਦਿੱਤੇ ਆ ਤੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵਧਣੇ ਆ। ਇੰਟਰਸਟ ਰੇਟ ਵਧਣ ਦੇ ਨਾਲ ਜਿਹੜਾ ਨੁਕਸਾਨ ਹੋਣਾ, ਮਹਿੰਗਾਈ ਰੁਕੂਗੀ ਕਿ ਨਹੀਂ, ਇਹਦਾ ਕਿੰਨਾ ਫਾਇਦਾ ਹੋਊਗਾ ਇਹ ਪਤਾ ਨਹੀਂ, ਪਰ ਉਹਦਾ ਕਿਤੇ ਨਾ ਕਿਤੇ ਲੋਕਾਂ ਦੇ ਉੱਤੇ ਹੋਰ ਬੋਝ ਪਊਗਾ। ਮਹਿੰਗਾਈ ਆਸ ਤੋਂ ਜ਼ਿਆਦਾ ਵਧਣਾ ਇੱਕ ਸਪਸ਼ਟ ਸੰਕੇਤ ਆ ਕਿ ਜੁਲਾਈ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਜਿਹੜੀ ਇਹਨਾਂ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਇੰਟਰਸਟ ਰੇਟ ਹੋਰ ਵਧਾ ਦੇਣੇ ਆ। ਤੇ ਦੱਸਦੇ ਇਹ ਵੀ ਆ ਕਿ ਜਿਹੜਾ 75% ਅੰਕਾਂ ਦਾ ਵਾਧਾ ਹੋ ਸਕਦਾ ਇਹਦੇ ਵਿੱਚ। 1.5 ਕਰਦੇ ਸੀ ਪਿੱਛੇ ਜਿਹੇ। ਪੈਂਡੈਮਿਕ ਦੇ ਦੌਰਾਨ ਪੂਰੀ ਦੀ ਪੂਰੀ ਇਕੋਨਮੀ ਨੂੰ ਠੀਕ ਠਾਕ ਰੱਖਣ ਦੇ ਲਈ ਜਿਹੜੀ ਇੰਟਰਸਟ ਰੇਟ ਸੀਗਾ ਉਹ 0.25 ਸੀਗਾ, 0.25%। ਤੇ ਕੁਛ ਮਹੀਨਿਆਂ ਦੇ ਵਿੱਚ ਇਹਦਾ ਵਾਧਾ ਸ਼ੁਰੂ ਕਰ ਦਿੱਤਾ। ਹੁਣ ਜੇ ਮਤਲਬ ਇਹਦਾ 1.5 ਦੇ ਉੱਤੇ ਆ ਗਈ ਹੈ ਇਹ ਵਿਆਜ ਦਰ, ਜਿਹੜੀ 0.25 ਤੋਂ ਵੱਧ ਕੇ 1.5% ਦੇ ਉੱਤੇ ਆ ਗਈ ਆ। ਤੇ ਜਿਹੜਾ ਮਾਹਰ ਅੰਦਾਜ਼ਾ ਲਾ ਰਹੇ ਆ ਕਿ 75% ਹੋਰ ਵਾਧਾ ਕੀਤਾ ਜਾਣਾ, ਇਹਦਾ ਮਤਲਬ ਹੈਗਾ ਕਿ 2.25% ਦੇ ਉੱਤੇ ਵਿਆਜ ਪਹੁੰਚ ਜਾਣੇ ਆ, 2.25 ਦੇ ਉੱਤੇ, ਜਿਹੜਾ ਕਿ 2008 ਦੇ ਵਿੱਚ ਜਿਹੜਾ ਰਿਸੈਸ਼ਨ ਆਇਆ ਸੀ, ਆਰਥਿਕ ਮੰਦਹਾਲੀ ਆਈ ਸੀ, ਉਹਦੇ ਤੋਂ ਬਾਅਦ ਹੁਣ ਸਭ ਤੋਂ ਵੱਧ ਦਰ ਹੋਊਗੀ ਜੇ ਇਹ 75% ਜੁਲਾਈ ਦੇ ਵਿੱਚ ਵਧਾ ਦਿੰਦੀ ਹੈ ਬੈਂਕ ਆਫ ਕੈਨੇਡਾ, ਜਿਹਦਾ ਕਿ ਅੰਦਾਜ਼ਾ ਲਾਇਆ ਜਾ ਰਿਹਾ ਕਿ ਇੱਦਾਂ ਹੋ ਜਾਣਾ। ਹੁਣ ਜਿਹੜੇ ਇਕੋਨੋਮਿਸਟ ਆ ਉਹ ਕਹਿੰਦੇ ਕਿਤੇ ਨਾ ਕਿਤੇ ਕਮੀ ਤਾਂ ਆ ਸਕਦੀ ਆ, ਪਰ ਇਹ 2022 ਦੇ ਵਿੱਚ ਮਹਿੰਗਾਈ ਨਹੀਂ ਘਟਣੀ, ਇੰਟਰਸਟ ਰੇਟ ਜਿੰਨਾ ਮਰਜ਼ੀ ਵਧਾ ਲਓ, ਚੀਜ਼ਾਂ ਹੀ ਪਿੱਛੋਂ ਪੂਰੀਆਂ ਨਹੀਂ ਮਿਲ ਰਹੀਆਂ ਤਾਂ ਉਹ ਕਿੱਥੋਂ ਘਟ ਜਾਣਗੀਆਂ। ਔਰ ਚੀਜ਼ਾਂ ਵੀ ਉਹ ਜਿਹੜੀਆਂ ਲੋਕ ਰੋਜ਼ ਯੂਜ਼ ਕਰ ਰਹੇ ਆ, ਲੋਕ ਟਰੈਵਲ ਘਟਾ ਸਕਦੇ ਆ, ਲੋਕ ਆਪਣੇ ਕੋਈ ਹੋਰ ਜਿਹੜੇ ਸੁੱਖ ਸੁਵਿਧਾਵਾਂ ਘਟਾ ਸਕਦੇ ਆ, ਪਰ ਖਾਣਾ ਪੀਣਾ ਨਹੀਂ ਲੋਕ ਘਟਾ ਸਕਦੇ। ਉਹਨੂੰ ਤਾਂ ਕਿਤੇ ਨਾ ਕਿਤੇ ਉਹਨੂੰ ਖਰੀਦਣਾ ਹੀ ਪਊਗਾ, ਤੇ ਉਹਦੀ ਮਹਿੰਗਾਈ ਉਹ ਕਹਿੰਦੇ 2022 ਦੇ ਵਿੱਚ ਥੱਲੇ ਨਹੀਂ ਹੋਣੀ। ਦੂਜੀ ਗੱਲ, ਇਹਦੇ ਨਾਲ ਜਿਹੜੀ ਮਹਿੰਗਾਈ ਦੇ ਨਾਲ ਇੰਟਰਸਟ ਰੇਟ ਵਧਣੇ, ਤੇ ਤੀਜੀ ਇਹਦੇ ਨਾਲ ਜੁੜਦੀ ਗੱਲ ਹੀ ਜਿਹਦੇ ਬਾਰੇ ਲੋਕ ਚਿੰਤਤ ਆ ਉਹ ਰਿਸੈਸ਼ਨ। ਦੇਸ਼ ਦੇ ਵਿੱਚ ਇੱਕ ਸਰਵੇ ਕੀਤਾ ਪਿੱਛੇ ਜੇ ਕੈਨੇਡਾ ਦੇ ਵਿੱਚ, ਬਹੁਤ ਸਾਰੇ ਜਿਹੜੇ ਮੈਜੋਰਿਟੀ ਕੈਨੇਡਾ ਦੇ ਵਿੱਚ ਇਸ ਵੇਲੇ ਰਹਿਣ ਵਾਲੇ ਲੋਕ ਇਹ ਮੰਨ ਰਹੇ ਆ ਕਿ ਅਸੀਂ ਰਿਸੈਸ਼ਨ ਵੱਲ ਨੂੰ ਜਾ ਰਹੇ ਹਾਂ ਤੇ ਰਿਸੈਸ਼ਨ ਪੱਕਾ ਹੋਣਾ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਇਹ ਜਿਹੜਾ
ਆ ਜਿਹੜਾ ਇੰਟਰਸਟ ਰੇਟ ਵਧਾਉਣਾ ਆ, ਇਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਆ ਵੀ ਇਹ ਸਿੱਧਾ ਹੀ ਰਿਸੈਸ਼ਨ ਦੇ ਵਿੱਚ ਸਾਨੂੰ ਲੈ ਕੇ ਜਾਊਗਾ। ਇੱਕ ਨਵਾਂ ਯਾਹੂ ਕੈਨੇਡਾ ਪਬਲਿਕ ਓਪੀਨੀਅਨ ਸਰਵੇ ਕੀਤਾ ਉਹਨਾਂ ਨੇ, ਕੱਲ੍ਹ ਕਿ ਪਰਸੋਂ ਉਹਨਾਂ ਨੇ ਇਹਨੂੰ ਰਿਲੀਜ਼ ਕੀਤਾ। ਉਹ ਸਰਵੇ ਦੇ ਵਿੱਚ ਜਿਹੜੀ ਕੀ ਫਾਈਂਡਿੰਗ ਸੀਗੀ ਉਹਦੀ ਵਿਚਲੀ ਗੱਲ ਜਿਹੜੀ ਸਾਹਮਣੇ ਆਈ ਸੀ ਕਿ ਰਿਸੈਸ਼ਨ ਜਿਹੜਾ ਆਊਗਾ ਤੇ ਇਹ 6 ਮਹੀਨੇ ਦੀ ਸਿੱਧੀ ਇਕਨੋਮਿਕ ਐਕਟੀਵਿਟੀ ਰੁਕ ਜਾਊਗੀ। ਕੰਜ਼ਿਊਮਰ ਜਿਹੜੇ ਆ ਉਹ ਆਪਣਾ ਖਰਚਾ ਕਰਨਾ ਜਿਹੜਾ ਰੋਕ ਦੇਣਗੇ। ਉਸ ਤੋਂ ਬਾਅਦ ਰਿਪਲ ਇਫੈਕਟ ਹੋਊਗਾ ਤੇ ਉਹਦੇ ਨਾਲ ਸੇਲ ਘਟੂਗੀ, ਸੋ ਉਹਨਾਂ ਨੂੰ ਆਪਣੀ ਕੋਸਟ ਘੱਟ ਕਰਨੀ ਪਊਗੀ। ਜਦੋਂ ਇਹ ਸਰਵੇ ਕੀਤਾ, ਮੈਜੋਰਿਟੀ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਪੁੱਛਿਆ, ਉਹਦੇ ਵਿੱਚ ਮੈਜੋਰਿਟੀ 68% ਨੇ ਇਹ ਕਿਹਾ ਕਿ ਅਸੀਂ ਇਹ ਗੱਲ ਮੰਨ ਕੇ ਚੱਲਦੇ ਹਾਂ ਕਿ ਰਿਸੈਸ਼ਨ ਆਉਣਾ, ਤੇ 17% ਕਹਿੰਦੇ ਅਸੀਂ ਆਲਰੇਡੀ ਆ ਚੁੱਕਾ ਰਿਸੈਸ਼ਨ, ਰਿਸੈਸ਼ਨ ਦੇ ਵਿੱਚੋਂ ਤਾਂ ਅਸੀਂ ਲੰਘ ਰਹੇ ਹਾਂ। ਤੇ 15% ਜਿਹੜੇ ਉਹ ਕਹਿ ਰਹੇ ਵੀ ਨਹੀਂ ਇਹ ਭੁਲੇਖਾ ਹੀ ਆ, ਜਿਸ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਹਾਲਤ ਹੈ ਇਸ ਵੇਲੇ, ਕੰਮ ਇਹ ਨਹੀਂ ਲੱਭ ਰਿਹਾ, ਨੌਕਰੀਆਂ ਵਾਧੂ ਪਈਆਂ, ਰਿਸੈਸ਼ਨ ਨਹੀਂ ਹੋਣਾ। ਪਰ ਮੈਜੋਰਿਟੀ 68% ਲੋਕ ਇਹ ਗੱਲ ਮੰਨ ਰਹੇ ਆ ਕਿ ਰਿਸੈਸ਼ਨ ਇਸ ਵੇਲੇ ਪੱਕਾ ਆਊਗਾ। ਸੋ ਜਿਹੜਾ ਸੈਂਟਰਲ ਬੈਂਕ ਇੰਟਰਸਟ ਰੇਟ ਆ ਉਹਦੇ ਵਿੱਚ ਵਾਧਾ ਕਿੰਨਾ ਕੁ ਰਿਸੈਸ਼ਨ ਦੇ ਲਈ ਲੈ ਕੇ ਆਉਂਦਾ, ਇਹ 56% ਲੋਕ ਇਹ ਕਹਿੰਦੇ ਆ ਕਿ ਜਿਹੜਾ ਇਹ ਇੰਟਰਸਟ ਰੇਟ ਲਗਾਤਾਰ ਵਧਾਈ ਜਾ ਰਿਹਾ ਇਹਦੇ ਨਾਲ ਰਿਸੈਸ਼ਨ ਪੱਕਾ ਆਊਗਾ। ਤੇ ਜਿਹੜੇ 44% ਕਹਿੰਦੇ ਆ ਵੀ ਨਹੀਂ, ਜਿਹੜਾ ਇੰਟਰਸਟ ਰੇਟ ਵਧਾਉਂਦੇ ਆ ਇਹਦੇ ਨਾਲ ਮਹਿੰਗਾਈ ਨੂੰ ਰੋਕਿਆ ਜਾ ਸਕਦਾ। ਇਸ ਵੇਲੇ ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ, ਕਿਸ ਤਰੀਕੇ ਨਾਲ ਇਹਦੇ ਵਿੱਚੋਂ ਬਚਿਆ ਜਾ ਸਕਦਾ। ਲੋਕਾਂ ਦੀਆਂ ਅਲੱਗ-ਅਲੱਗ ਰਾਵਾਂ ਨੇ, ਪਰ ਕਿਉਂਕਿ ਇਹਦਾ ਅਸਰ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਆ, ਇਸ ਕਰਕੇ ਇਹਦੇ ਬਾਰੇ ਲਗਾਤਾਰ ਜਿਹੜੀ ਚਿੰਤਾ ਲੋਕਾਂ ਨੂੰ ਲੱਗੀ ਆ ਕਿ ਮਹਿੰਗਾਈ ਘਟਣੀ ਚਾਹੀਦੀ ਆ, ਪਰ ਇਹਦਾ ਮਤਲਬ ਇਹ ਨਾ ਹੋਵੇ ਕਿ ਇੰਨੇ ਇੰਟਰਸਟ ਰੇਟ ਵਧਣ ਕਿ ਰਿਸੈਸ਼ਨ ਆ ਜਾਵੇ ਤੇ ਸਾਰਾ ਕੁਝ ਕਿਤੇ ਨਾ ਕਿਤੇ ਇਕਨੋਮਿਕ ਐਕਟੀਵਿਟੀ ਜਿਹੜੀ ਆ ਉਹ 2008 ਵਾਂਗੂ ਰੁਕ ਜਾਵੇ। ਪਿਛਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਵਿੱਚ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੈਟਰੋ ਵੈਨਕੂਵਰ ਇਲਾਕੇ ਦੇ ਵਿੱਚ ਜੇਕਰ ਕਿਸੇ ਨੇ ਆਪਣਾ ਪਾਸਪੋਰਟ ਰਿਨਿਊ ਕਰਾਉਣਾ ਹੋਵੇ ਤਾਂ ਇੱਕ ਬਹੁਤ ਵੱਡੀ ਬਿਪਤਾ ਆ। ਸਮੇਂ ਦੇ ਉੱਤੇ ਪਾਸਪੋਰਟ ਮਿਲਦਾ ਹੀ ਨਹੀਂ। ਪਾਸਪੋਰਟ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਬੈਕਲੌਗ ਬਹੁਤ ਆ। ਜਿੰਨੇ ਲੋਕ ਪਹਿਲਾਂ ਪੈਂਡੈਮਿਕ ਦੇ ਵਿੱਚ ਟਰੈਵਲ ਕੀਤਾ ਹੀ ਨਹੀਂ, ਘਰ ਬੈਠੇ ਰਹੇ, ਉਹ ਹੁਣ ਬਾਹਰ ਨਿਕਲਣਾ ਚਾਹੁੰਦੇ, ਬਾਹਰ ਜਾਣਾ ਚਾਹੁੰਦੇ ਆ, ਤੇ ਇੱਕਦਮ ਜਿਹੜਾ ਪਾਸਪੋਰਟ ਕੈਨੇਡਾ ਦੇ ਉੱਤੇ ਵੱਡਾ ਬੋਝ ਪੈ ਗਿਆ। ਹਾਲਾਂਕਿ ਉਹਨੇ ਬਹੁਤ ਸਾਰੇ ਮੁਲਾਜ਼ਮ ਪਿਛਲੇ ਦਿਨਾਂ ਦੇ ਵਿੱਚ ਹਾਇਰ ਵੀ ਕੀਤੇ ਆ ਕਿ ਅਸੀਂ ਬੰਦੇ ਹੋਰ ਵਧਾ ਲੈਂਦੇ ਹਾਂ, ਕਿਸੇ ਨਾ ਕਿਸੇ ਤਰ੍ਹਾਂ ਬੈਕਲੌਗ ਪੂਰਾ ਕੀਤਾ ਜਾਵੇ, ਪਰ ਹਾਲਤ ਬਹੁਤ ਮਾੜੀ ਆ। ਜਿਹੜਾ ਸਰੀ ਸੈਂਟਰ ਵਾਲਾ ਪਾਸਪੋਰਟ ਆਫਿਸ ਆ, ਉੱਥੇ ਜਾ ਕੇ ਜਦੋਂ ਆਪਣਾ ਉਹ ਪਾਸਪੋਰਟ ਰਿਨਿਊ ਕਰਾਉਣ ਦੇ ਲਈ ਬੈਠਦੇ ਆ, ਜੇ 8:30 ਵਜੇ ਆਫਿਸ ਖੁੱਲ੍ਹਦਾ ਤਾਂ ਲੋਕ ਪਹਿਲੀ ਰਾਤ ਨੂੰ ਜਾ ਕੇ 6 ਵਜੇ ਸ਼ਾਮ ਨੂੰ ਬੈਠ ਜਾਂਦੇ ਆ। ਸ਼ਾਮ ਨੂੰ 6 ਵਜੇ ਸਾਰੀ ਰਾਤ ਬਾਹਰ ਬੈਠੇ ਰਹਿੰਦੇ ਆ, ਤੇ ਉਹਦੇ ਤੋਂ ਬਾਅਦ ਜਾ ਕੇ ਕਿਤੇ ਉਹਨਾਂ ਦੀ ਵਾਰੀ ਆਉਂਦੀ ਆ। ਅਪੁਆਇੰਟਮੈਂਟ ਮਿਲਦੀ ਨਹੀਂ, ਜਿਹੜੀ ਆਨਲਾਈਨ ਅਪੁਆਇੰਟਮੈਂਟ ਲੈਂਦੇ ਉਹਦੇ 'ਚ ਕਿੰਨੀ ਲੰਬੀ ਉਡੀਕ ਆ, ਤੇ ਸਿੱਧਾ ਜਾ ਕੇ ਤੁਸੀਂ ਉੱਥੇ ਬੈਠਦੇ ਆ। ਤੇ ਕਈ ਲੋਕਾਂ ਨੇ ਆਪਣੀਆਂ ਜਿਹੜੀਆਂ ਉਹ ਕੈਂਪ ਚੇਅਰ ਰੱਖੀਆਂ ਆ ਤੇ ਉਹਦੇ ਉੱਤੇ ਬੈਠ ਜਾਂਦੇ ਆ। ਤੇ ਬਹੁਤ ਸਾਰੇ ਲੋਕ ਕਹਿੰਦੇ ਇਹ ਵੀ ਸੁਣਦੇ ਆ, ਕਨਫਰਮੇਸ਼ਨ ਨਹੀਂ ਪਰ ਸੁਣਦੇ ਆ ਕਿ ਲੋਕ ਪੈਸੇ ਲੈਂਦੇ ਆ ਤੁਹਾਡਾ ਸਪੌਟ ਹੋਲਡ ਕਰਨ ਦੇ ਲਈ, ਵੀ ਤੇਰੀ ਥਾਂ 'ਤੇ ਜਾ ਕੇ ਮੈਂ ਬਹਿ ਜਾਊਗਾ, $200 ਮੈਨੂੰ ਦੇ ਦੀ, ਮੈਂ ਸਾਰਾ ਦਿਨ ਉੱਥੇ ਵਾਰੀ ਦੇ ਵਿੱਚ ਲਾਈਨ ਦੇ ਵਿੱਚ ਲੱਗਾ ਰਹੂੰਗਾ, ਤੇ ਜਦ ਤੇਰੀ ਵਾਰੀ ਆਊਗੀ ਤੁਹਾਨੂੰ ਫੋਨ ਕਰ ਦਾਂਗੇ ਤੇ ਤੁਸੀਂ ਆ ਕੇ ਅੰਦਰ ਚਲੇ ਜਾਓ। ਤਰ੍ਹਾਂ ਦੀਆਂ ਗੱਲਾਂ ਇੱਥੋਂ ਸੁਣਦੇ ਆ। ਔਰ ਤੁਸੀਂ ਕਿਸੇ ਵੀ ਪਾਸਪੋਰਟ ਆਫਿਸ ਦੇ ਬਾਹਰ ਜਾ ਕੇ ਇਹ ਲਾਈਨ ਕਿਸੇ ਵੇਲੇ ਵੀ ਦੇਖ ਸਕਦੇ ਹੋ, ਜਿਹੜੀ ਇਸ ਗੱਲ ਦੀ ਗਵਾਹੀ ਦਿੰਦੀ ਆ ਕਿ ਹਾਲਾਤ ਚੰਗੇ ਨਹੀਂ ਆ। ਲੋਕ ਜ਼ਿਆਦਾ ਨੇ, ਮੰਗ ਜ਼ਿਆਦਾ ਹੈ, ਤੇ ਪਾਸਪੋਰਟ ਰਿਨਿਊ ਨਹੀਂ ਹੋ ਰਿਹਾ। ਹੁਣ ਕਿਉਂਕਿ ਲੋਕ ਸਮਾਰਟ ਨੇ, ਉਹਨਾਂ ਨੇ ਕੁਛ ਨਾ ਕੁਛ ਹੱਲ ਕੱਢ ਰਿਹਾ। ਇੱਕ ਟਿਕਟੋਕਰ ਵੈਨਕੂਵਰ ਤੋਂ ਬੀਬੀ, ਉਹਨੇ ਆਪਣੀ ਇੱਕ ਟਿਕਟੋਕ ਬਣਾ ਕੇ ਆਪਣਾ ਸਮੱਸਿਆ ਦਾ ਹੱਲ ਕਰ ਲਿਆ। ਉਹਨੇ ਇਹ ਕੀਤਾ ਕਿ ਪਾਸਪੋਰਟ ਬਣਾਉਣ ਦੇ ਲਈ ਉਹਨੇ ਤਰੀਕਾ ਨਵਾਂ ਕੀਤਾ ਵੀ ਇੱਥੇ ਨਹੀਂ ਬਣਦਾ, ਐਡਮਿੰਟਨ 'ਚ ਤੇ ਬਣ ਹੀ ਸਕਦਾ। ਇੱਥੋਂ ਐਡਮਿੰਟਨ ਦੇ ਵਿੱਚ ਅਗਲੇ ਦਿਨ ਦੀ ਉੱਥੇ ਇੰਨਾ ਰਸ਼ ਨਹੀਂ ਆ, ਉੱਥੇ ਇੰਨੀ ਭੀੜ ਨਹੀਂ ਆ, ਸਿਰਫ ਮੈਟਰੋ ਵੈਨਕੂਵਰ ਦੇ ਵਿੱਚ ਹੀ ਜ਼ਿਆਦਾ ਭੀੜ ਆ ਤੇ ਲਾਈਨ ਅਪ ਆ। ਉਹਨੇ ਕੀ ਕੀਤਾ, ਇੱਥੋਂ ਜਿਹੜੀ ਫਲੇਅਰ ਏਅਰਲਾਈਨ ਆ ਐਬਸਫੋਰਡ ਤੋਂ ਫਲਾਈ ਕਰਦੀ ਹੈ, ਐਡਮਿੰਟਨ ਜਾਂਦੀ, ਆਮ ਤੌਰ 'ਤੇ ਉਹ $40-50 ਦੇ ਵਿੱਚ ਉਹਦੀ ਟਿਕਟ ਮਿਲ ਜਾਂਦੀ ਆ। $40-50 ਦੀ ਟਿਕਟ ਲਈ 1.5-2 ਘੰਟੇ ਦੇ ਵਿੱਚ ਤੁਸੀਂ ਐਡਮਿੰਟਨ ਪਹੁੰਚਦੇ ਆ। ਉੱਥੇ ਜਾ ਕੇ ਇੱਕ ਦਿਨ ਪਹਿਲਾਂ ਅਪੁਆਇੰਟਮੈਂਟ ਲੈਂਦੇ ਆ ਪਾਸਪੋਰਟ ਦਾ ਆਫਿਸ ਦੇ ਅੰਦਰ ਜਾ ਕੇ, ਉੱਥੇ ਆਪਣਾ ਪਾਸਪੋਰਟ ਰਿਨਿਊ ਕਰਵਾ ਲਓ, ਜਾਂ ਉਹਦਾ ਸ਼ਾਇਦ ਗੁਆਚਿਆ ਸੀ ਉਹ ਕਰਕੇ ਤਾਂ ਵਾਪਸ ਆ ਜਾਓ। 2 ਘੰਟੇ ਦੀ ਫਲਾਈਟ ਫੇਰ ਆ, ਤੇ 1.5 ਘੰਟਾ ਕਹਿੰਦੇ ਉੱਥੇ ਲੱਗਦਾ ਆ। ਮਤਲਬ 5-7 ਘੰਟਿਆਂ ਦੇ ਵਿੱਚ ਤੁਸੀਂ ਉਹ ਕੰਮ ਕਰ ਲੈਂਦੇ ਆ, ਜਿਹਦੇ ਲਈ ਇੱਥੇ ਤੁਹਾਨੂੰ ਇੱਕ ਰਾਤ ਤੋਂ ਵੀ ਜ਼ਿਆਦਾ ਪਹਿਲਾਂ ਬੈਠਣਾ ਪੈਂਦਾ ਤੇ ਵਾਰੀ ਤੁਹਾਡੀ ਆ ਜਾਏ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ। ਇਹ ਇੱਕ ਨਵਾਂ ਤਰੀਕਾ ਹੈ, ਮਤਲਬ ਕੋਈ ਗਲਤ ਤਰੀਕਾ ਨਹੀਂ, ਜਾਇਜ਼ ਤਰੀਕਾ ਹੈ। ਪਰ ਉਹਨੇ ਆਪਣਾ ਇਹ ਟਿਕਟੋਕ ਦੇ ਉੱਤੇ ਵੀਡੀਓ ਬਹੁਤ ਵਾਇਰਲ ਹੋਈ ਆ। ਜਦੋਂ ਇੱਥੋਂ ਤੁਰੀ ਉਹਨੇ ਆਪਣੀ ਸਾਰੀ ਜਰਨੀ ਨੂੰ ਫੋਟੋ ਖਿੱਚੀਆਂ, ਉਹਦੀ ਵੀਡੀਓ ਬਣਾਈ ਤੇ ਲੋਕਾਂ ਨਾਲ ਸ਼ੇਅਰ ਕੀਤੀ ਕਿ ਆਹ ਦੇਖੋ ਮੈਂ ਇੰਨੇ ਦੀ ਟਿਕਟ ਲਈ ਆ ਤੇ ਆਹ ਕੰਮ ਕਰਕੇ ਮੈਂ ਉੱਥੇ ਜਿਹੜੀ ਚਲੀ ਗਈ ਹਾਂ। ਟਿਕਟੋਕ ਦੇ ਉੱਤੇ ਜਿਹੜਾ ਉਹਦਾ ਇਹ ਕਾਫੀ ਵਾਇਰਲ ਹੋ ਰਹੀ ਹੈ। ਮੈਟਰੋ ਵੈਨਕੂਵਰ ਦੇ ਵਿੱਚ ਫਲਾਈਟ ਬੁੱਕ ਕੀਤੀ ਐਬਸਫੋਰਡ ਤੋਂ ਐਡਮਿੰਟਨ ਅਲਬਰਟਾ ਦੇ ਲਈ, ਤੇ ਐਸੇ ਹਫ਼ਤੇ ਦੇ ਵਿੱਚ ਸਿਟੀ ਆਫਿਸ ਦੇ ਵਿੱਚ ਉੱਥੇ ਜਾ ਕੇ ਉਹਨੇ ਜਿਹੜਾ ਇਹ ਆਪਣੀ ਅਪੁਆਇੰਟਮੈਂਟ ਲਈ $87 ਦੇ ਵਿੱਚ ਕਹਿੰਦੇ ਉਹਨੂੰ ਆਉਣ ਜਾਣ ਦੀ ਟਿਕਟ ਪਈ ਆ ਪੂਰੀ। $87 ਦੇ ਵਿੱਚ ਐਡਮਿੰਟਨ ਜਾ ਕੇ ਆਇਆ ਜਾ ਸਕਦਾ, ਉਸੇ ਦਿਨ ਆਇਆ ਜਾ ਸਕਦਾ, ਤੇ ਉਹਦੇ ਤੋਂ ਬਾਅਦ
ਐਡਮਿੰਟਨ ਪਾਸਪੋਰਟ ਆਫਿਸ ਜਿਹੜਾ ਜੈਸਪਰ ਐਵਨਿਊ ਦੇ ਉੱਤੇ ਉੱਥੇ ਗਈ ਆ। ਉਹ ਕਹਿੰਦੀ 1:30 ਵਜੇ ਮੈਂ ਦਫ਼ਤਰ ਦੇ ਵਿੱਚ ਅੰਦਰ ਗਈ ਹਾਂ ਅਤੇ ਪਾਸਪੋਰਟ ਦੇ ਨਾਲ 3:55 ਤੇ ਬਾਹਰ ਆ ਗਈ ਹਾਂ। ਅਤੇ ਉਹਨੇ ਫਿਰ ਉਹ ਵੀਡੀਓ ਵੀ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਹੈ, ਕਿਉਂਕਿ ਇੱਥੇ ਜਿਹੜੀ ਪ੍ਰੈਫਰੈਂਸ ਦਿੱਤੀ ਜਾ ਰਹੀ ਆ ਮੈਟਰੋ ਵੈਨਕੂਵਰ ਦੇ ਇਹਨਾਂ ਦਫ਼ਤਰਾਂ ਦੇ ਵਿੱਚ ਪਹਿਲ ਦਿੱਤੀ ਜਾ ਰਹੀ ਹੈ ਜਿਹੜੇ ਐਮਰਜੈਂਸੀ ਵਾਲੇ ਆ। ਬਹੁਤ ਸਾਰੇ ਲੋਕ ਆ ਜਿਹਨਾਂ ਨੂੰ 24 ਘੰਟੇ ਦੇ ਵਿੱਚ ਹੀ ਪਾਸਪੋਰਟ ਚਾਹੀਦਾ। ਇੱਥੇ ਆਪਸ਼ਨ ਹੁੰਦੀਆਂ ਕਿ ਤੁਸੀਂ ਜੇ 24 ਘੰਟੇ ਦੇ ਵਿੱਚ ਪਾਸਪੋਰਟ ਲੈਣਾ ਤਾਂ ਉਹ ਵੀ ਤੁਹਾਨੂੰ ਮਿਲ ਸਕਦਾ, ਉਹਦੇ ਲਈ ਇੰਨਾ ਪੇ ਕਰ ਦਿਓ, ਉਹਦੀ ਫੀਸ ਲੱਗ ਹੁੰਦੀ ਜਾਂ ਕੁਛ ਉਹਦੇ ਲਈ ਕੋਈ ਰਿਕੁਆਇਰਮੈਂਟ ਹੁੰਦੀ ਹੈ। ਅਤੇ ਉਹ ਸਾਰਾ ਕੁਛ ਲੋਕ ਇਹ ਹੁਣ ਜਿਹੜੇ ਡਿਪਾਰਟਮੈਂਟ ਆ ਇਹ ਪਹਿਲ ਉਹਨਾਂ ਨੂੰ ਦੇ ਰਿਹਾ ਜਿਹਨਾਂ ਨੂੰ ਕੱਲ੍ਹ ਨੂੰ ਹੀ ਜਾਣਾ, ਜਿਹਨਾਂ ਦੀ ਫਲਾਈਟ ਆ, ਕੋਈ ਐਮਰਜੈਂਸੀ ਆ, ਅਤੇ ਬਾਕੀ ਜਿਹੜੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ। ਅਤੇ ਉਹ ਕਹਿੰਦੇ ਮੈਂ $87 ਟਿਕਟ ਦੇ ਲਾਏ ਆ ਆਉਣ ਜਾਣ ਦੇ, $315 ਉਹਦੀ ਪਾਸਪੋਰਟ ਦੀ ਫੀਸ ਲੱਗੀ ਹੈ, $87 ਦਾ ਏਅਰਫੇਅਰ ਅਤੇ $315 ਦੀ ਪਾਸਪੋਰਟ ਫੀਸ, ਅਤੇ ਸਾਰਾ ਕੁਛ ਲਾ ਪਾ ਕੇ ਅਤੇ ਉਹ ਉਸੇ ਦਿਨ ਪਾਸਪੋਰਟ ਲੈ ਕੇ ਆਪਣੇ ਘਰ ਆ ਗਈ। ਅਤੇ ਦੂਜਾ ਉਹ ਕਹਿੰਦੀ ਮੈਂ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਸੁਣਦੀ ਸੀਗੀ ਕਿ ਲੋਕ ਓਵਰਨਾਈਟ ਪੂਰੀ ਦੇ ਪੂਰਾ ਬਾਹਰ ਖੜ੍ਹੇ ਰਹਿੰਦੇ ਆ, ਉੱਥੇ ਵਾਰੀ ਦੀ ਉਡੀਕ ਕਰਦੇ ਇੱਥੇ ਸਰੀ ਜਾਂ ਵੈਨਕੂਵਰ ਦੇ ਵਿੱਚ, ਅਤੇ ਲੋਕ ਪੈਸੇ ਲੈਂਦੇ ਆ ਤੁਹਾਡਾ ਸਪੌਟ ਹੋਲਡ ਕਰਨ ਦੇ। ਉਹ ਕਹਿੰਦੇ ਬਹੁਤ ਸੌਖਾ ਕੰਮ ਆ, ਵਰਥ ਵੀ ਆ, ਉੱਥੇ ਜਾਓ। ਪਰ ਇਹ ਵੀ ਹੋ ਸਕਦਾ ਕਿ ਹੁਣ ਲੋਕ ਐਸੇ ਤਰ੍ਹਾਂ ਕਰਨਾ ਸ਼ੁਰੂ ਕਰ ਦੇਣ ਅਤੇ ਉੱਥੇ ਵੀ ਗਿਣਤੀ ਵੱਧ ਜਾਵੇ ਵੀ। ਉਹ ਕਹਿੰਦੀ ਬਾਹਰ ਇੱਕ ਰਾਤ ਕੈਂਪਿੰਗ ਕਰਨ ਦੀ ਬਜਾਏ, ਵੀ ਕੈਂਪਿੰਗ ਹੀ ਆ ਜਿਹੜਾ ਬਾਹਰ ਠੰਡ ਦੇ ਵਿੱਚ ਰੁਕਣਾ, ਅਤੇ ਜਿਹੜਾ ਉਹਨੇ ਟਿਕਟੋਕ ਦੇ ਉੱਤੇ ਆਪਣਾ ਲਿਖਿਆ ਆ ਕਿ ਤੁਹਾਨੂੰ ਔਨਲਾਈਨ ਜਿਹੜੀਆਂ ਓਪਨਿੰਗਸ ਚੈੱਕ ਕਰ ਲਓ ਅਤੇ ਫਿਰ ਉੱਥੇ ਜਾ ਕੇ ਇਹ ਇੱਕ ਹੱਲ ਹੈਗਾ। ਹਾਲਾਂਕਿ ਹੱਲ ਹੈ ਨਹੀਂ ਇਹ ਪੂਰਾ, ਪਰ ਲੋਕਾਂ ਨੇ ਇਹ ਕੁਛ ਨਾ ਕੁਛ ਆਪਣਾ ਤਰੀਕਾ ਲੱਭ ਲਿਆ। ਅਤੇ ਜਿਹਦੀ ਚਰਚਾ ਇਸ ਵੇਲੇ ਜਿਹੜਾ ਟਿਕਟੋਕ ਦੇ ਉੱਤੇ ਹੋ ਰਹੀ ਹੈ। ਫੈਡਰਲ ਸਰਕਾਰ ਨੇ ਜਿਹੜੀਆਂ ਵੇਟ ਟਾਈਮ ਔਨਲਾਈਨ ਵੀ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਲਾਈਨਅਪ ਬਹੁਤ ਲੰਬੇ ਆ ਅਤੇ ਉਹ ਔਨਲਾਈਨ ਹੀ ਤੁਹਾਡਾ ਵੇਟ ਟਾਈਮ ਦੱਸੀ ਜਾਂਦੇ ਵੀ ਕਿ ਇੰਨਾ ਟਾਈਮ ਲੱਗਣਾ, ਇੰਨਾ ਟਾਈਮ ਲੱਗਣਾ। ਇੱਦਾਂ ਹੀ ਪਾਸਪੋਰਟ ਦਾ ਬੈਕਲੌਗ ਦਾ ਮਤਲਬ ਸੀਗਾ ਕਿ ਲੰਬੀਆਂ ਲਾਈਨਾਂ, ਅਤੇ ਇਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸਮਰ ਪਲਾਨ ਚੇਂਜ ਕਰਨੇ ਪਏ ਸਿਰਫ ਪਾਸਪੋਰਟ ਨਾ ਹੋਣ ਕਰਕੇ। ਅਤੇ ਦੂਜਾ ਇਹਦੇ ਵਿੱਚ ਹੁਣ ਨਵੀਂ ਉਹਨਾਂ ਨੇ ਰਿਕਰੂਟਮੈਂਟ ਕੀਤੀ ਆ, ਕਦੋਂ ਕੁ ਤੱਕ ਜਿਹੜਾ ਇਹ ਠੀਕ ਠਾਕ ਹੁੰਦੀ ਆ ਇਹ ਵੀ ਦੇਖਣ ਵਾਲੀ ਗੱਲ ਆ। ਪਰ ਇਹ ਅੱਜ ਖਬਰ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਕਿ ਕਾਫੀ ਚਰਚਾ ਦੇ ਵਿੱਚ ਆ ਕਿ ਲੋਕ ਕੋਈ ਨਾ ਕੋਈ ਤਰੀਕਾ ਜ਼ਰੂਰ ਲੱਭ ਲੈਂਦੇ ਆ। ਫੀਫਾ ਵਰਲਡ ਕੱਪ 2026 ਵੈਨਕੂਵਰ ਦੇ ਵਿੱਚ ਹੋ ਰਿਹਾ। ਪਿਛਲੇ ਦਿਨਾਂ ਦੇ ਵਿੱਚ ਲਗਭਗ ਸਾਰੀਆਂ ਅਖਬਾਰਾਂ ਨੇ ਇਸ ਖਬਰ ਨੂੰ ਸੁਰਖੀ ਬਣਾਇਆ, ਔਰ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਖਬਰ ਆ। ਕਿਸੇ ਦੇਸ਼ ਨੂੰ ਇਹ ਮਾਣ ਮਿਲਣਾ, ਔਰ ਖਾਸ ਕਰ ਉਸ ਸ਼ਹਿਰ ਨੂੰ, ਸਾਡੇ ਸ਼ਹਿਰ ਨੂੰ, ਇੱਥੇ ਵੈਨਕੂਵਰ ਨੂੰ ਮਾਣ ਮਿਲਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਟੋਰਾਂਟੋ ਦੇ ਵਿੱਚ ਵੀ ਹੋਣਾ ਆ ਇਹਦੇ ਕੁਛ ਮੈਚ ਜਿਹੜੇ ਉੱਥੇ ਵੀ ਹੋਣਗੇ। ਟੂਰਨਾਮੈਂਟ ਇਹ ਹੋ ਰਿਹਾ, ਬਹੁਤ ਸਾਰੇ ਲੋਕ ਇਹਦੇ ਤੋਂ ਖੁਸ਼ ਨੇ। ਇਹਦੇ ਨਾਲ ਨਾਲ ਹੁਣ ਚਰਚਾ ਇਹ ਵੀ ਚੱਲ ਰਹੀ ਆ, ਕੁਛ ਲੋਕ ਇਹਦਾ ਵਿਰੋਧ ਕਰ ਰਹੇ ਆ। ਵਿਰੋਧ ਕਰਨ ਦਾ ਕਾਰਨ ਕੀ ਆ ਕਿ ਉਹ ਇਹ ਕਹਿ ਰਹੇ ਆ ਕਿ ਸਾਡੇ ਇਸ਼ੂਜ਼ ਹੋਰ ਨੇ, ਕਿ ਤੁਸੀਂ ਇੰਨਾ ਪੈਸਾ ਇਸ ਟੂਰਨਾਮੈਂਟ ਦੇ ਉੱਤੇ ਲਾ ਜਾਣਾ ਅਤੇ ਉਹਦੇ ਵਿੱਚ ਲੱਭਣਾ ਕੀ ਆ। ਟੂਰਨਾਮੈਂਟ ਇਹ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਬਹਿਸਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਵਿੱਚ ਹੁੰਦੀਆਂ ਵੀ ਇੰਡੀਆ ਦੇ ਵਿੱਚ ਏਸ਼ੀਆਡ ਹੋ ਰਹੀ ਆ, ਉੱਥੇ ਕੁਛ ਲੋਕ ਰੌਲਾ ਪਾਉਣ ਲੱਗ ਜਾਂਦੇ ਕਿ ਇਹ ਪੈਸਾ ਉੱਧਰਲੇ ਪਾਸੇ ਲੋਕਾਂ ਦੀ ਡਿਵੈਲਪਮੈਂਟ ਲਈ ਲਾਉਣਾ ਚਾਹੀਦਾ ਸੀ। ਉਹੀ ਗੱਲਾਂ ਇੱਥੇ ਕੈਨੇਡਾ ਦੇ ਵਿੱਚ ਵੀ ਕਿਤੇ ਨਾ ਕਿਤੇ ਹੋ ਰਹੀਆਂ। ਇਹ ਕਹਿ ਰਹੇ ਆ, ਲੋਕ ਕਹਿ ਰਹੇ ਆ ਕਿ ਜਿਹੜੀ ਅਫੋਰਡੇਬਿਲਟੀ ਦਾ ਚੈਲੰਜ ਆ ਉਹਦਾ ਕੁਛ ਕਰੋ, ਘਰਾਂ ਦੀਆਂ ਕੀਮਤਾਂ ਉੱਤੇ ਚਲੇ ਗਈਆਂ ਉਹਦਾ ਕੁਛ ਕਰੋ। ਲੋਕ ਇੱਥੇ ਰਹਿ ਨਹੀਂ ਸਕਦੇ, ਵੈਨਕੂਵਰ ਦੇ ਵਿੱਚ ਸਧਾਰਨ ਬੰਦਾ ਬੇਸਿਕ ਪੇ ਦੇ ਉੱਤੇ ਰਹਿ ਕੇ ਆਪਣਾ ਜੀਵਨ ਹੀ ਨਿਰਵਾਹ ਕਰ ਸਕਦਾ, ਉਹਦਾ ਕਰੋ। ਜਿਹੜੇ ਰੈਂਟ ਵਧੇ ਆ ਉਹਦਾ ਕੁਛ ਕਰੋ। ਤੁਸੀਂ ਇਹ ਜਿਹੜੇ ਇੰਨਾ ਦੱਸਦੇ ਆ ਕਿ 240 ਤੋਂ ਲੈ ਕੇ $260 ਮਿਲੀਅਨ ਇਹਦੇ 'ਤੇ ਲੱਗਣਾ, ਅਤੇ ਹੁਣ $250 ਮਿਲੀਅਨ ਜਿਹੜਾ ਇੱਕ ਟੂਰਨਾਮੈਂਟ ਦੇ ਉੱਤੇ ਲਾ ਦੇਣਾ, ਅਤੇ ਬੱਲੇ ਬੱਲੇ ਦੇ ਉੱਤੇ, ਅਤੇ ਜਿਹੜੇ ਉਸ ਸ਼ਹਿਰ ਦੇ ਲੋਕ ਆ ਉਹ ਭਾਵੇਂ ਤੜਫ ਰਹੇ ਹੁਣ ਭੁੱਖ ਦੇ ਨਾਲ ਅਤੇ ਜਿਹੜੇ ਵੱਧਦੇ ਕਿਰਾਇਆਂ ਦੇ ਨਾਲ। ਅੱਜ ਸਾਡੇ ਪ੍ਰੀਮੀਅਰ ਜੌਨ ਹੌਰਗਨ ਦਾ ਬਿਆਨ ਆਇਆ, ਉਹ ਕਹਿੰਦੇ ਵੀ ਇਹਦੇ ਨਾਲ ਸਾਨੂੰ ਫਾਇਦਾ ਹੋਊਗਾ। ਜਿੰਨਾ ਟੂਰਿਜ਼ਮ ਇੱਥੇ ਆਊਗਾ, ਜਿੰਨੀ ਟੂਰਿਜ਼ਮ ਇੰਡਸਟਰੀ ਡਿਵੈਲਪ ਹੋਊਗੀ, ਲੋਕਾਂ ਨੂੰ ਕੰਮਕਾਰ ਵੱਧ ਮਿਲਣਗੇ। ਕਿ ਇੱਕ ਪਾਸੇ ਅਸੀਂ ਸਪੈਂਡ ਤਾਂ ਕਰ ਰਹੇ ਹਾਂ, ਪਰ ਦੂਜੇ ਪਾਸੇ ਇਹਦੇ ਨਾਲ ਇਕਨੋਮਿਕਲੀ ਸਾਡੇ ਸੂਬੇ ਨੂੰ ਬਹੁਤ ਵੱਡਾ ਫਾਇਦਾ ਇਸ ਵੇਲੇ ਹੋਣ ਜਾ ਰਿਹਾ ਆ। ਜਿਹੜੇ ਇਸ ਵੇਲੇ ਪਹਿਲੇ ਐਸਟੀਮੇਟ ਦੱਸੇ ਜਾ ਰਹੇ ਆ ਕਿ ਇਹਦੀ ਕਾਸਟ ਜਿਹੜੀ ਆਉਣੀ ਆ ਪਲੈਨਿੰਗ ਦੇ ਉੱਤੇ, ਸਟੇਜਿੰਗ ਦੇ ਉੱਤੇ, ਹੋਸਟਿੰਗ ਦੇ ਉੱਤੇ ਵੈਨਕੂਵਰ ਦੇ ਵਿੱਚ ਅਰਾਊਂਡ $240 ਮਿਲੀਅਨ ਤੋਂ ਲੈ ਕੇ $226 ਮਿਲੀਅਨ ਲੱਗਣੀ ਆ। ਸਿਟੀ ਕੌਂਸਲਰ ਨੇ ਵੈਨਕੂਵਰ ਦੇ ਵਿੱਚ ਇੱਕ ਜੀਨ ਸਵੈਨਸਨ, ਉਹਨਾਂ ਨੇ ਇਸ ਗੱਲ ਦੀ ਮਤਲਬ ਕਿਹਾ ਕਿ ਸਾਨੂੰ ਕੁਛ ਹੋਰ ਸੋਚਣਾ ਚਾਹੀਦਾ ਸੀ ਇਹਦੇ ਬਾਰੇ। ਉਹ ਕਹਿੰਦੇ ਸਾਡੇ ਕੋਲ ਇਸ਼ੂ ਤਾਂ ਬਹੁਤ ਸਾਰੇ ਆ, ਵੱਡੀਆਂ ਪ੍ਰੋਬਲਮਸ ਨੇ, ਕਿ 200-250 ਮਿਲੀਅਨ ਲਾ ਦੇਣਾ ਇਸ ਫੀਫਾ ਦੇ ਉੱਤੇ, ਅਤੇ ਇਹਨੂੰ ਤੁਸੀਂ ਜਿਹੜੇ ਘਰ ਆ ਲੋਕਾਂ ਦੇ ਲਈ ਉਹ ਕਿਉਂ ਨਹੀਂ ਬਣਾ ਦਿੰਦੇ, ਜਿਹੜੇ ਹੋਮਲੈਸ ਆ, ਇੰਨੇ ਹੋਮਲੈਸ ਆ, ਅਤੇ ਇੰਨੀਆਂ ਜਿਹੜੀਆਂ ਅਫੋਰਡੇਬਲ ਹਾਊਸਿੰਗ ਇੱਧਰ ਕਿਉਂ ਨਹੀਂ ਲਾਇਆ ਜਾ ਸਕਦਾ। $200-250 ਮਿਲੀਅਨ ਕਿਤੇ ਥੋੜ੍ਹਾ ਹੁੰਦਾ। ਉਹ ਕਹਿੰਦੇ ਸਾਨੂੰ ਜਿਹੜੇ ਕਲਾਈਮੇਟ ਗੋਲ ਆ ਸਿਟੀ ਦੇ, ਉਹਦੇ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ। ਅਸੀਂ ਗ੍ਰੀਨ ਹਾਊਸ ਗੈਸਿਸ ਨੂੰ 50% ਦੇ ਉੱਤੇ 2030 ਤੱਕ ਰਿਡਿਊਸ ਕਰਨਾ, ਉਹ ਕਿਉਂ ਨਹੀਂ ਕਰ ਲੈਂਦੇ। ਵੈਨਕੂਵਰ ਅਤੇ ਟੋਰਾਂਟੋ ਦਾ ਨਾਂ ਕੈਨੇਡੀਅਨ ਇਹਨਾਂ ਹੋਸਟ ਸਿਟੀ ਦੇ ਵਿੱਚ ਆਇਆ ਸੀ ਪਿਛਲੇ ਵੀਰਵਾਰ ਜਦੋਂ ਅਨਾਊਂਸਮੈਂਟ ਹੋਈ ਸੀ 2026 ਵਰਲਡ ਕੱਪ ਦੇ ਵਿੱਚ,
ਮੈਕਸੀਕੋ ਤੇ US ਦੇ ਵਿੱਚ ਵੀ ਇਹਦੇ ਮੈਚ ਖੇਡੇ ਜਾਣੇ ਆ। ਵੈਨਕੂਵਰ ਦੇ ਵਿੱਚ BC ਪਲੇਸ ਦੇ ਵਿੱਚ ਹੋਣੇ ਆ। BMO ਫੀਲਡ ਜਿਹੜਾ ਟੋਰਾਂਟੋ ਦੇ ਵਿੱਚ ਵੈਨਿਊ ਹੋਣਾ ਆ, ਤੇ ਬਹੁਤ ਕੁਛ ਇਹਦੇ ਲਈ ਅਪਗ੍ਰੇਡੇਸ਼ਨ ਵੀ ਕੀਤੀ ਜਾਣੀ ਆ। ਸੋ ਜਿਹੜਾ ਅਸੀਂ ਹੋਮਲੈਸਨੈਸ ਨੂੰ ਖਤਮ ਕਰ ਸਕਦੇ ਹਾਂ ਇਹਦੇ ਨਾਲ, ਬਹੁਤ ਸਾਰੇ ਹੋਰ ਮੁੱਦੇ ਹੈਗੇ ਆ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾਣਾ ਚਾਹੀਦਾ। ਲੋਕ ਸੋਚਦੇ ਆ ਕੁਛ ਇਸ ਤਰੀਕੇ ਦੇ ਨਾਲ, ਕੁਛ ਲੋਕ ਕਹਿੰਦੇ ਵੀ ਨਹੀਂ ਅਸੀਂ ਬਹੁਤ ਇੱਕ ਡਿਵੈਲਪਡ ਕੰਟਰੀ ਆ। ਜੇ ਕੈਨੇਡਾ ਦੇ ਵਿੱਚ, ਕੈਨੇਡਾ ਨਹੀਂ ਇਸ ਗੱਲ ਦੇ ਲਈ ਹਿੰਮਤ ਕਰੂਗਾ ਵੀ ਅਸੀਂ ਵਰਲਡ ਕੱਪ ਇੱਥੇ ਆਪਣੇ ਕਰਵਾਉਣਾ, ਤਾਂ ਹੋਰ ਕਿਹਨੇ ਕਰਨੀ ਹੈ? ਇਹ ਸਾਨੂੰ ਕਰਨਾ ਚਾਹੀਦਾ ਔਰ ਸਾਨੂੰ ਮਾਣ ਆਪਣੇ ਦੇਸ਼ ਦੇ ਲਈ ਹੋਣਾ ਚਾਹੀਦਾ ਆ। ਹੁਣ ਡਰ ਦੂਜੇ ਪਾਸੇ ਇਹ ਆ ਕਿ 2010 ਦੇ ਵਿੱਚ ਇੱਥੇ ਵਿੰਟਰ ਓਲੰਪਿਕਸ ਹੋਈਆਂ ਸੀ ਵੈਨਕੂਵਰ ਦੇ ਵਿੱਚ। ਉਸ ਵੇਲੇ ਕੀ ਹੋਇਆ ਸੀ, ਜਦੋਂ ਵੱਡੇ ਵੱਡੇ ਈਵੈਂਟਸ ਹੁੰਦੇ ਆ ਤਾਂ ਇੱਥੇ ਲੈਂਡ ਦੀਆਂ ਕੀਮਤਾਂ ਹੋਰ ਵੱਧਦੀਆਂ, ਇੱਥੇ ਰੈਂਟ ਹੋਰ ਵੱਧਦੇ ਆ। ਇਹ ਲੋਕ ਕਹਿੰਦੇ ਵੀ ਤੁਸੀਂ ਇਹ ਦੇਖ ਲਿਓ, ਜਦੋਂ ਇਹ 2026 ਵਾਲਾ ਵਰਲਡ ਕੱਪ ਹੋਣਾ, ਸਾਰੀ ਏਅਰਪੋਰਟ ਵਾਲੀਆਂ ਤੇ ਸਾਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਐਡਾਂ ਇਹੀ ਚੱਲਦੀਆਂ ਹੁੰਦੀਆਂ ਕਿ ਤੁਸੀਂ ਇੱਥੇ ਇਨਵੈਸਟ ਕਰੋ, ਪ੍ਰੋਪਰਟੀ ਲਾਓ, ਇੱਥੇ ਇਹ ਕਰੋ। ਤੇ ਜਦੋਂ ਬਾਹਰ ਦੇ ਲੋਕ ਇੱਥੇ ਆ ਕੇ ਇਨਵੈਸਟ ਕਰਨਗੇ ਤੇ ਉਹ ਕੀਮਤਾਂ ਵਧਾਉਣਗੇ। ਦੇਸ਼ ਦੀ ਡਿਵੈਲਪਮੈਂਟ, ਸ਼ਹਿਰ ਦੀ ਡਿਵੈਲਪਮੈਂਟ ਹੁੰਦੀ ਆ ਕਿ ਨਹੀਂ ਹੁੰਦੀ ਬਾਅਦ ਦੀ ਗੱਲ ਆ, ਪਰ ਲੈਣ ਵਾਲੇ ਲੋਕਾਂ ਦੇ ਲਈ ਇੱਥੇ ਅਫੋਰਡ ਕਰਨਾ ਔਖਾ ਹੋ ਜਾਣਾ ਵੀ ਉਹ ਵੈਨਕੂਵਰ ਦੇ ਵਿੱਚ ਘਰ ਲੈ ਸਕਣ ਜਾਂ ਇੱਥੇ ਰੈਂਟ ਦੇ ਉੱਤੇ ਵੀ ਘਰ ਲੈ ਸਕਦੇ ਆ। ਇਹ 2010 ਦੀਆਂ ਵਿੰਟਰ ਓਲੰਪਿਕਸ ਦੇ ਵਿੱਚ ਵੀ ਹੋਇਆ, ਵੱਡਾ ਈਵੈਂਟ ਸੀਗਾ ਉਹ ਵੀ। ਡਰ ਉਹਦਾ ਇਹ ਵੀ ਆ, ਏਅਰਪੋਰਟ ਦੇ ਉੱਤੇ ਤੁਸੀਂ ਜਿਹੜੇ ਇਹ ਸਿਟੀ ਕਾਉਂਸਲਰ ਨੇ ਇਹਦੇ ਵੈਨਕੂਵਰ ਦੇ, ਉਹ ਕਹਿੰਦੇ ਵੀ ਤੁਸੀਂ ਏਅਰਪੋਰਟ ਦੇ ਉੱਤੇ ਐਡਸ ਦੇਖ ਲਿਓ ਕੀ ਹੋਣੀਆਂ, ਰੀਅਲ ਸਟੇਟ ਤੇ ਰੀਅਲਟਰ ਦੀਆਂ ਐਡ ਹੋਣੀਆਂ, ਜਿਹੜੀ ਆਪਣੀ ਪ੍ਰੋਪਰਟੀ ਜਿਹੜੇ ਇੱਥੇ ਆ ਰਹੇ ਆ ਉਹਨਾਂ ਨੂੰ ਵੇਚਣ ਦੇ ਲਈ ਉਹਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਹੋਣਗੀਆਂ, ਜਿਹੜੇ ਕਿ ਇਹਨਾਂ ਬਿਗ ਈਵੈਂਟਸ ਦਾ ਬਹੁਤ ਵੱਡਾ ਇੱਕ ਖਤਰਾ ਹੋ ਸਕਦਾ ਹੈ। ਸੋ ਇੱਕ ਆਪਣਾ ਰਿਸਕ, ਇੱਕ ਆਪਣਾ ਕੰਸਰਨ ਉਹਨਾਂ ਨੇ ਇਸ ਵਰਲਡ ਕੱਪ ਦੇ ਲਈ ਅਪਰੋਚ ਦੇ ਉੱਤੇ ਦੱਸਿਆ ਆ। 80 ਗੇਮਸ ਨੇ ਜਿਹੜੀਆਂ ਕੈਨੇਡਾ, US ਤੇ ਮੈਕਸੀਕੋ ਦੇ ਵਿੱਚ ਡਿਵਾਈਡ ਕੀਤੀਆਂ 2026 ਦੇ ਇਸ ਟੂਰਨਾਮੈਂਟ ਦੇ ਵਿੱਚ, ਤੇ ਯੂਨਾਈਟਿਡ ਸਟੇਟਸ ਜਿਹੜੀਆਂ ਬਹੁਤ ਸਾਰੀਆਂ ਖੇਡਾਂ ਉੱਥੇ ਹੋਣੀਆਂ, ਗੇਮਸ ਜਿਹੜੀਆਂ ਉੱਥੇ ਹੋਣੀਆਂ ਆ। ਤੇ ਪ੍ਰੋਵਿੰਸ ਇਹ ਕਹਿ ਰਿਹਾ ਕਿ ਇਹ ਹੁਣ ਕਿਉਂਕਿ ਸਾਡੇ ਜਿਹੜੇ ਇਹ ਪ੍ਰੀਮੀਅਰ ਨੇ ਉਹਨਾਂ ਦਾ ਅੱਜ ਜਿਹੜਾ ਬਿਆਨ ਆ, ਉਹਨਾਂ ਨੇ ਇਹ ਕਿਹਾ ਕਿ ਵਨਸ ਇਨ ਜਨਰੇਸ਼ਨ ਅਪਰਚੁਨਿਟੀ ਹੈ। ਇਹ ਸਾਡੇ ਲਈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਅਸੀਂ ਆਪਣੇ ਪ੍ਰੋਵਿੰਸ ਦੇ ਵਿੱਚ ਏਡਾ ਵੱਡਾ ਟੂਰਨਾਮੈਂਟ ਕਰਵਾ ਰਹੇ ਹਾਂ, ਅਸੀਂ ਇਹਨੂੰ ਹੋਸਟ ਕਰ ਰਹੇ ਹਾਂ। ਬ੍ਰਿਟਿਸ਼ ਕੋਲੰਬੀਆ ਉਹ ਕਹਿੰਦੇ ਬਹੁਤ ਵੱਡਾ ਇਕਨੋਮਿਕ ਬੂਸਟ ਇੰਜੋਏ ਕਰੂਗਾ ਇਹਦੇ ਨਾਲ, ਟੂਰਿਜ਼ਮ ਦੇ, ਹੌਸਪਿਟੈਲਿਟੀ ਸੈਕਟਰ ਦੇ ਵਿੱਚ, ਹੋਟਲਾਂ ਦੇ ਵਿੱਚ ਜਿਹਨਾਂ ਲੋਕਾਂ ਨੇ ਆ ਕੇ ਰਹਿਣਾ। ਤੇ ਉਹ ਕਹਿੰਦੇ ਸਾਨੂੰ ਇਹ ਜਿਹੜੀ ਇੱਕ ਗਲੋਬਲ ਸੌਕਰ ਕਮਿਊਨਿਟੀ ਨੂੰ ਆਪਣੇ ਪ੍ਰੋਵਿੰਸ ਦੇ ਵਿੱਚ ਜੀ ਆਇਆਂ ਕਹਿਣਾ ਚਾਹੀਦਾ। ਤੇ ਅਸੀਂ ਉਹ ਕਹਿੰਦੇ ਇਸ ਗੱਲ ਦੀ ਆਸ ਕਰਦੇ ਹਾਂ ਕਿ ਬਹੁਤ ਵੱਡਾ ਫਾਇਦਾ ਇਹਦੇ ਨਾਲ ਹੋਊਗਾ। ਹੁਣ ਦੋਵੇਂ ਪਾਸੇ ਨੇ, ਐਂਗਜ਼ਾਇਟੀ ਵੀ ਇੱਕ ਪਾਸੇ ਹੈਗੀ ਆ, ਦੂਜੇ ਪਾਸੇ ਜਿਹੜੀ ਲੋਕ ਇਸ ਗੱਲ ਦੇ ਬਾਰੇ ਚਿੰਤਤ ਵੀ ਨੇ ਤੇ ਲੋਕ ਇਸ ਗੱਲ ਤੋਂ ਖੁਸ਼ ਵੀ ਨੇ ਕਿ ਇੱਡਾ ਵੱਡਾ ਮੌਕਾ ਇੱਥੇ ਸਾਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਖਾਸ ਕਰ ਵੈਨਕੂਵਰ ਦੇ ਵਿੱਚ ਮਿਲ ਰਿਹਾ ਆ। ਉਹ ਕਹਿੰਦੇ ਬਹੁਤ ਵੱਡਾ ਇਮੀਡੀਏਟ ਬੈਨੀਫਿਟ ਇਹਦੇ ਤੋਂ ਹੋਊਗਾ, ਬਹੁਤ ਸਾਰਾ ਕੈਸ਼ ਰੋਲ ਇਨ ਹੋਊਗਾ ਜਿਹੜਾ ਟੂਰਿਸਟ ਇੱਥੇ ਲੈ ਕੇ ਆਉਣਗੇ, ਉਹਦੀਆਂ ਟਿਕਟਸ ਵਿਕਣੀਆਂ ਆ। ਉਹਦੇ ਤੋਂ ਬਾਅਦ ਜਿਹੜਾ ਲੋਕਲ ਇਕੋਨਮੀ ਆ ਉਹਦੇ ਵਿੱਚ ਹੋਟਲ ਰੂਮਸ ਨੇ, ਰੈਸਟੋਰੈਂਟਸ ਨੇ, ਬਾਰਸ ਨੇ, ਵੈਨਿਊਜ਼ ਨੇ, ਟੂਰਿਸਟ ਅਟਰੈਕਸ਼ਨ ਆ। ਜਿਹੜਾ ਬੰਦਾ ਵੀ ਕੈਨੇਡਾ ਦੇ ਵਿੱਚ ਆਊਗਾ ਇਹਦੇ ਲਈ, ਵੈਨਕੂਵਰ ਦੇ ਵਿੱਚ ਆਊਗਾ, BC ਦੇ ਵਿੱਚ ਆਊਗਾ, ਸਪੈਂਡ ਤਾਂ ਇੱਥੇ ਹੀ ਕਰਕੇ ਜਾਊਗਾ, ਪੈਸੇ ਤਾਂ ਇੱਥੇ ਹੀ ਲਾਉਣਾ ਉਹਨੇ, ਤੇ ਕੁਦਰਤੀ ਤੌਰ 'ਤੇ ਉਹਦਾ ਫਾਇਦਾ ਹੋਣਾ। ਉਹ ਕਹਿੰਦੇ ਅਸੀਂ ਪ੍ਰੋਵਿੰਸ ਜਿਹੜਾ ਗੱਲਬਾਤ ਕਰ ਰਹੇ ਹਾਂ BC ਹੋਟਲ ਤੇ ਟੂਰਿਜ਼ਮ ਐਸੋਸੀਏਸ਼ਨ ਦੇ ਨਾਲ ਕਿ ਤਰੀਕੇ ਲੱਭੇ ਜਾਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਅਕੋਮੋਡੇਟ ਕੀਤਾ ਜਾ ਸਕੇ ਤੇ ਉਹ ਇੱਥੇ ਇੰਜੋਏ ਕਰ ਸਕਣ, ਤੇ ਵੱਧ ਤੋਂ ਵੱਧ ਉਹ ਇੱਥੇ ਆ ਕੇ ਜਿਹੜਾ ਪੈਸਾ ਵੀ ਉਹ ਆਪਣਾ ਲਾ ਸਕਣ। ਬਹੁਤ ਸਾਰੇ ਟੂਲਸ ਆ ਇਹਦੇ ਵਿੱਚ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਆ। ਟਿਕਟ ਸੇਲ BC ਪਲੇਸ ਦੀ ਪ੍ਰੋਵਿੰਸ਼ੀਅਲ ਐਸੈਟ ਆ। ਬਹੁਤ ਸਾਰੀਆਂ ਹੋਰ ਪ੍ਰੋਵਿੰਸ਼ੀਅਲ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੱਥੇ ਕਿਤੇ ਨਾ ਕਿਤੇ ਫਾਇਦਾ ਦੇਣਗੀਆਂ। ਸੋ ਜੀਨ ਸਵਾਨਸਨ ਵੈਨਕੂਵਰ ਕਾਉਂਸਲਰ ਦੀ ਇਹ ਚਿੰਤਾ ਵਰਲਡ ਕੱਪ ਨੂੰ ਲੈ ਕੇ, ਤੇ ਉਹਦੇ ਤੋਂ ਬਾਅਦ ਸਾਡੇ ਮਾਨਯੋਗ ਪ੍ਰੀਮੀਅਰ ਦਾ ਬਿਆਨ, ਤੇ BC ਮਿਨਿਸਟਰ ਆਫ ਟੂਰਿਜ਼ਮ, ਆਰਟਸ, ਕਲਚਰ ਤੇ ਸਪੋਰਟਸ ਜਿਹੜੇ ਹੈਗੇ ਨੇ, ਉਹਨਾਂ ਨੇ, ਮਿਸਟਰ ਮਾਰਕ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਇਹਨੂੰ ਤਿਆਰ ਹਾਂ ਇਹਨੂੰ ਵੈਲਕਮ ਕਰਨ ਦੇ ਲਈ। ਸੋ ਜਿੱਥੇ ਇੱਕ ਪਾਸੇ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਬਹੁਤ ਚਰਚਾ ਦੇ ਵਿੱਚ ਸੀਗੀ ਔਰ ਬਹੁਤ ਲੋਕਾਂ ਨੇ ਜੀ ਆਇਆਂ ਕਿਹਾ, ਉੱਥੇ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਦਬਵੀਂ ਜ਼ੁਬਾਨ ਦੇ ਵਿੱਚ ਇਸ ਗੱਲ ਦੇ ਉੱਤੇ ਵੀ ਚਰਚਾ ਚੱਲ ਰਹੀ ਆ ਕਿ ਸਾਨੂੰ ਪ੍ਰਾਇਓਰਿਟੀ ਦੇਖਣੀ ਚਾਹੀਦੀ ਆ ਕਿ ਪਹਿਲਾਂ ਕੀ ਕਰਨਾ, ਪਹਿਲਾਂ ਲੋਕਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨੀਆਂ, ਜਾਂ ਤੁਸੀਂ ਜਿਹੜਾ ਵਿਸ਼ਵ ਦੇ ਵਿੱਚ ਆਪਣਾ ਇੱਕ ਨਾਮ ਬਣਾਉਣ ਦੇ ਲਈ ਗੱਲਬਾਤ ਕਰਨੀ ਹੈ। ਅੱਜ ਇੱਕ ਹੋਰ ਖਬਰ ਇੱਥੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਦੋਂ ਵੈਨਕੂਵਰ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਸੀ ਕਿ ਵੈਨਕੂਵਰ ਦੇ ਵਿੱਚ ਇੰਨੇ ਜ਼ਿਆਦਾ ਕਿਰਾਏ ਵੱਧ ਚੁੱਕੇ ਆ, ਰੈਂਟ ਇੰਨਾ ਜ਼ਿਆਦਾ ਵੱਧ ਚੁੱਕਾ ਕਿ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ। ਘਰ ਮਹਿੰਗੇ ਆ, ਪ੍ਰੋਪਰਟੀ ਦੀਆਂ ਕੀਮਤਾਂ ਜ਼ਿਆਦਾ ਆ, ਲੋਕ ਨਹੀਂ ਅਫੋਰਡ ਕਰ ਸਕਦੇ। ਇਹਦੇ ਨਾਲ ਰੈਂਟ ਵੀ ਬਹੁਤ ਜ਼ਿਆਦਾ ਆ। ਹੁਣ ਖਬਰ ਇਹ ਆ ਰਹੀ ਆ ਕਿ ਕੈਲਗਰੀ ਦੇ ਵਿੱਚ ਵੀ ਰੈਂਟ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਆਮ ਤੌਰ ਦੇ ਉੱਤੇ ਪਹਿਲਾਂ ਲੋਕ ਇਹ ਸੋਚਦੇ ਸੀ ਜਿਹੜਾ ਬੰਦਾ ਵੈਨਕੂਵਰ ਦੇ ਵਿੱਚ, ਟੋਰਾਂਟੋ ਦੇ ਵਿੱਚ ਨਹੀਂ ਰਹਿ ਸਕਦਾ, ਉਹ ਨਹੀਂ ਅਫੋਰਡ ਕਰਦਾ, ਉਹ ਬਾਕੀ ਥਾਵਾਂ ਦੇ ਉੱਤੇ ਕੈਨੇਡਾ ਵੱਲੋਂ ਮੂਵ ਕਰ ਜਾਂਦੇ ਸੀ ਵੀ ਉੱਥੇ ਰਹਿਣਾ ਸਹਿਣਾ ਥੋੜ੍ਹਾ ਜਿਹਾ ਸਸਤਾ ਹੈ। ਹਾਲਤਾਂ ਉੱਥੇ ਮੌਸਮ ਦੀਆਂ ਬਹੁਤੀਆਂ ਚੰਗੀਆਂ ਨਹੀਂ, ਸਨੋ ਕਰਕੇ ਕਈ ਸਮੱਸਿਆਵਾਂ ਉੱਥੇ ਹੁੰਦੀਆਂ ਆ,
ਹਾਲਾਂਕਿ ਸਮੱਸਿਆਵਾਂ ਇੱਧਰ ਵੀ ਹੁੰਦੀਆਂ ਪਰ ਬਹੁਤੇ ਲੋਕ ਮੂਵ ਕਰ ਜਾਂਦੇ ਸੀ ਵੀ ਉੱਥੇ ਘਰ ਸਸਤੇ ਆ ਕਿ ਸਾਰੀ ਉਮਰ ਜੇ ਇਸ ਚੀਜ਼ ਦੇ ਲਈ ਬੰਦਾ ਇਹੀ ਗੱਲ ਲਈ ਸਟਰਗਲ ਕਰੀ ਜਾਵੇ ਵੀ ਉਹਨੇ ਇੱਕ ਘਰ ਹੀ ਪੇ ਆਫ ਕਰੀ ਜਾਣਾ ਤੇ ਉਹਨੂੰ ਇਹਦੇ ਨਾਲੋਂ ਕਿਸੇ ਦੂਜੇ ਪਾਸੇ ਜਾ ਕੇ ਰਹਿ ਲੈਣਾ ਚਾਹੀਦਾ ਜਿੱਥੇ ਉਹ ਘੱਟੋ ਘੱਟ ਚੀਜ਼ਾਂ ਨੂੰ ਅਫੋਰਡ ਕਰ ਸਕੇ। ਪਰ ਹੁਣ ਖਬਰ ਅੱਜ ਇਹ ਆਈ ਆ ਕਿ ਕੈਲਗਰੀ ਦੇ ਵਿੱਚ, ਅਲਬਰਟਾ ਦਾ ਸ਼ਹਿਰ ਕੈਲਗਰੀ, ਵੀ ਉੱਥੇ ਵੀ ਰੈਂਟ ਬਹੁਤ ਜ਼ਿਆਦਾ ਤਹਾਂ ਉੱਤੇ ਨੂੰ ਚਲੇ ਗਏ ਆ। ਮਈ ਦੇ ਮਹੀਨੇ ਦੇ ਵਿੱਚ ਉਤਾਂਹ ਨੂੰ ਜਦੋਂ ਇਹ ਰੈਂਟ ਜਾਂਦੇ ਆ ਤਾਂ ਉਹਦੇ ਵਿੱਚ 21% ਇਨਕਰੀਜ਼ ਹੋਈ ਆ। ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ ਇਸ ਵੇਲੇ ਰੈਂਟ ਦੇ ਵਿੱਚ ਜਿਹੜਾ ਐਵਰੇਜ ਪ੍ਰਾਈਸ ਆ ਰੈਂਟਲ ਪ੍ਰੋਪਰਟੀ ਦਾ ਕੈਲਗਰੀ ਦੇ ਵਿੱਚ $1661 ਪ੍ਰਤੀ ਮੰਥ ਉੱਥੇ ਚਲੇ ਗਏ ਆ। rentals.ca ਦੀ ਰਿਪੋਰਟ ਦੱਸਦੀ ਆ ਕਿ ਕੈਲਗਰੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਕੀਮਤਾਂ ਉੱਤੇ ਗਈਆਂ। ਜੇਕਰ ਇਹਨਾਂ ਨੂੰ ਅਲਬਰਟਾ ਦੀਆਂ ਦੂਜੀਆਂ ਮਿਊਨਿਸਪੈਲਿਟੀਜ਼ ਦੇ ਨਾਲ ਹੀ ਦੇਖਿਆ ਜਾਵੇ ਤੇ ਇਹ ਬਹੁਤ ਉੱਤੇ ਚਲੇ ਗਈਆਂ ਆ। ਜਿਹੜੀ ਐਨਾਲਿਸਿਸ ਉਹਨਾਂ ਨੇ ਯੂਜ਼ ਕੀਤਾ ਕਈ ਤਰ੍ਹਾਂ ਦੀਆਂ ਪ੍ਰੋਪਰਟੀ ਟਾਈਪ, ਸਿੰਗਲ ਡਿਟੈਚਡ ਹੋਮਸ ਦੇ ਲਈ, ਸੈਮੀ ਡਿਟੈਚਡ ਹੋਮਸ ਦੇ ਲਈ, ਟਾਊਨ ਹਾਊਸਿਸ, ਕੌਂਡੋ ਤੇ ਅਪਾਰਟਮੈਂਟਸ ਦੇ ਲਈ, ਤੇ ਇਹ ਦੱਸੀ ਜਾ ਰਹੀ ਰਿਪੋਰਟ ਇਹ ਦੱਸਦੀ ਆ ਕਿ ਉਹਨਾਂ ਨੇ ਜਿਹੜਾ ਕੈਲਗਰੀ 'ਚ ਰਹਿਣ ਵਾਲੇ ਲੋਕ ਪਰ ਸਕੁਅਰ ਫੀਟ ਕਿਤੇ ਜ਼ਿਆਦਾ ਰੈਂਟ ਦੇ ਰਹੇ ਆ ਬਾਕੀ ਸ਼ਹਿਰਾਂ ਦੇ ਮੁਕਾਬਲੇ, ਜਿਹੜਾ ਕਿ $2.2 ਤੇ 22 ਸੈਂਟ ਪਰ ਸਕੁਅਰ ਫੀਟ ਐਵਰੇਜ ਰੈਂਟ ਕੈਲਗਰੀ ਦੇ ਵਿੱਚ ਹੈਗਾ, ਜਿਹੜਾ 18% ਜ਼ਿਆਦਾ ਆ ਪਿਛਲੇ ਸਮੇਂ ਦੇ ਨਾਲੋਂ। ਹੁਣ 25ਵਾਂ ਮੋਸਟ ਐਕਸਪੈਂਸਿਵ ਪਲੇਸ ਆ ਇਹ ਰੈਂਟ ਦੇ ਮਾਮਲੇ ਦੇ ਵਿੱਚ ਦੇਸ਼ ਦੇ ਵਿੱਚ, ਪਰ ਫਿਰ ਵੀ ਨੈਸ਼ਨਲ ਐਵਰੇਜ ਤੋਂ ਥੱਲੇ ਆ। ਪਰ ਕਿਉਂਕਿ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਵੈਨਕੂਵਰ ਜਾਂ ਟੋਰਾਂਟੋ ਦੇ ਵਾਲੇ ਪਾਸੇ ਕਿਰਾਏ ਉੱਤੇ ਗਏ ਆ ਤਾਂ ਬਾਕੀ ਥਾਵਾਂ ਦੇ ਉੱਤੇ ਨਹੀਂ ਗਏ ਜਾਂ ਥੱਲੇ ਨੂੰ ਚਲੇ ਗਏ ਆ। ਉੱਥੇ ਵੀ ਖਾਸ ਕਰ ਕੈਲਗਰੀ ਦੀ ਜਿਹੜੀ ਰਿਪੋਰਟ ਹੈ ਬੜੀ ਇੱਕ ਹੈਰਾਨੀ ਵਾਲੀ ਵੀ ਆ ਕਿ ਰੈਂਟਲ ਪ੍ਰੋਪਰਟੀ ਮਈ ਦੇ ਵਿੱਚ $1888 ਪਰ ਮੰਥ ਸੀਗੀ, ਜਿਹੜੀ 10% ਉੱਤੇ ਦੱਸੀ ਜਾ ਰਹੀ ਹੈ 2021 ਦੇ ਵਿੱਚ, ਤੇ 3.7% ਦੱਸੀ ਜਾ ਰਹੀ ਹੈ ਅਪ੍ਰੈਲ ਮਹੀਨੇ ਨਾਲੋਂ। rentals.ca ਦੀ ਰਿਪੋਰਟ ਇਹ ਦੱਸ ਰਹੀ ਹੈ ਕਿ ਲਾਰਜੈਸਟ ਮੰਥ ਓਵਰ ਮੰਥ ਇਨਕਰੀਜ਼ ਇਹਨੂੰ ਦੱਸਿਆ ਜਾ ਰਿਹਾ ਕੋਵਿਡ-19 ਪੈਂਡੈਮਿਕ ਤੋਂ ਬਾਅਦ। ਜਿਹੜੀਆਂ ਕੈਨੇਡਾ ਦੇ ਵਿੱਚ ਆਮ ਤੌਰ ਦੇ ਉੱਤੇ ਜਿਹੜਾ ਰਿਪੋਰਟ ਇਹ ਵੀ ਸੁਜੈਸਟ ਕਰਦੀ ਹੈ ਕਿ ਸਭ ਤੋਂ ਵੱਧ ਜਿਹੜਾ ਰੈਂਟਲ ਟਾਈਪ ਹੈ ਐਵਰੇਜ ਕੈਨੇਡਾ ਦੇ ਵਿੱਚ ਸਿੰਗਲ ਫੈਮਿਲੀ ਹੋਮ ਉਹ $2881 ਪਰ ਮੰਥ ਆ। ਅਸੀਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਵੈਕਸੀਨ ਤੋਂ ਬਾਅਦ ਕੁਝ ਲੋਕਾਂ ਨੂੰ ਸਮੱਸਿਆਵਾਂ ਆਈਆਂ, ਉਹਨਾਂ ਨੇ ਆਪਣੇ ਆਪਣੇ ਕੰਸਰਨ ਸਾਂਝੇ ਕੀਤੇ ਸੀ। ਅੱਜ ਕੈਨੇਡਾ ਦੀ ਇੱਕ ਪ੍ਰਸਿੱਧ ਨਿਊਜ਼ ਏਜੰਸੀ CBC ਨੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਜੂਨੀਅਰ ਸ਼ੋਫੀਲਡ ਨਾਂ ਦਾ ਇੱਕ ਵਿਅਕਤੀ ਹੈ ਜਿਹਨੂੰ ਨਿਊਰੋਲੋਜੀਕਲ ਕੰਡੀਸ਼ਨ ਹੋਈ ਆ ਵੈਕਸੀਨ ਲਵਾਉਣ ਤੋਂ ਬਾਅਦ, ਭਾਵ ਪੈਰਾਲਾਈਜ਼ ਹੋ ਗਿਆ, ਅਧਰੰਗ ਹੋ ਗਿਆ। ਉਹਨੂੰ ਲੱਕ ਤੋਂ ਹੇਠਲੇ ਹਿੱਸੇ ਤੱਕ BC ਦੇ ਵਿੱਚ ਸਮਰਲੈਂਡ ਦੇ ਵਿੱਚ ਉਹ ਰਹਿਣ ਵਾਲਾ ਆ, ਤੇ ਉਹਨੇ ਹੁਣ ਇਹ ਕੋਵਿਡ-19 ਦੀ ਵੈਕਸੀਨ ਦੇ ਇਹਦੇ ਮਾਮਲੇ ਦੇ ਵਿੱਚ ਜਿਹੜਾ ਕਲੇਮ ਕੀਤਾ ਹੈ ਕਿ ਮੈਨੂੰ ਪੁੱਛਿਆ ਜਾਵੇ, ਮੈਨੂੰ ਦਿੱਤਾ ਜਾਵੇ ਕਿ ਮੈਂ ਠੀਕ ਠਾਕ ਇੱਕ ਵਿਅਕਤੀ ਸੀਗਾ, ਵੈਕਸੀਨ ਲਵਾਉਣ ਤੋਂ ਬਾਅਦ ਮੇਰੀ ਇਹ ਹਾਲਤ ਹੋ ਗਈ ਆ। ਜੁਲਾਈ 25, 2021 ਨੂੰ ਇਹਨੇ ਇਹ ਵੈਕਸੀਨ ਲਵਾਈ ਸੀ। 12 ਦਿਨਾਂ ਬਾਅਦ ਜਦੋਂ ਉਹਨੂੰ ਸੈਕਿੰਡ ਡੋਜ਼ ਮਿਲੀ ਸੀ ਫਾਈਜ਼ਰ ਬਾਇਓਨਟੈਕ ਵੈਕਸੀਨ ਦੀ, 45 ਸਾਲ ਦੀ ਉਮਰ ਆ, ਉਹ ਕਹਿੰਦਾ ਮੈਨੂੰ ਥੋੜ੍ਹੀ ਜਿਹੀ ਸੈਂਸੇਸ਼ਨ, ਟਿੰਗਲਿੰਗ ਜੀ ਸੈਂਸੇਸ਼ਨ ਹੋਈ ਖੱਬੀ ਲੱਤ ਦੇ ਵਿੱਚ, ਜਿਵੇਂ ਸਰਸਰਾਹਟ ਜੀ ਹੋਈ। ਉਹਦੇ ਤੋਂ ਬਾਅਦ ਉਹ ਕਹਿੰਦਾ ਮੈਂ ਬਾਹਰ ਸੀਗਾ ਓਕਨਾਗਰ ਲੇਕ ਦੇ ਵਿੱਚ ਬੋਟਿੰਗ ਕਰ ਰਿਹਾ ਸੀ। ਉਹਦੇ ਤੋਂ ਬਾਅਦ ਉਹ ਕਹਿੰਦਾ ਮੈਂ ਠੀਕ ਹੋਣ ਦੀ ਬਜਾਏ ਤੋਂ ਵੱਧ ਕਿ ਮੇਰੀ ਕੋਈ ਬਿਹਤਰੀ ਹੁੰਦੀ, ਹੌਲੀ ਹੌਲੀ ਇਹ ਵਰਸ ਹੁੰਦੀ ਗਈ। ਇਹ ਤੋਂ ਬਾਅਦ ਖੱਬੀ ਲੱਤ ਤੋਂ ਬਾਅਦ ਸੱਜੀ ਲੱਤ, ਤੇ ਜਿਹੜਾ ਹੌਲੀ ਹੌਲੀ ਹੋਇਆ ਇਹ ਕਿ ਉਹਨੂੰ ਅਧਰੰਗ ਹੋ ਗਿਆ, ਮਤਲਬ ਉਹਦਾ ਲੱਕ ਤੋਂ ਹੇਠਲਾ ਪਾਸਾ ਖੜ ਗਿਆ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਕੈਨੇਡਾ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਹੜਾ ਪਹਿਲਾਂ ਹੈ ਨਹੀਂ ਸੀ ਇਸ ਵੈਕਸੀਨ ਦੇ ਰੌਲੇ ਗੋਲੇ ਤੋਂ ਬਾਅਦ। ਇਹ ਵਿਅਕਤੀ ਜਿਹੜਾ ਆ ਇਹ 774 ਹੋਰ ਇਹੋ ਜਿਹੇ ਲੋਕਾਂ ਦੇ ਵਿੱਚ ਆ ਜਿਨ੍ਹਾਂ ਨੇ ਕੈਨੇਡਾ ਦੇ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਦੇ ਤਹਿਤ ਆਪਣਾ ਕਲੇਮ ਦਰਜ ਕੀਤਾ ਆ ਕਿ ਪਬਲਿਕ ਹੈਲਥ ਏਜੰਸੀ ਨੇ 2020 ਦੇ ਵਿੱਚ ਜਿਹੜਾ ਪ੍ਰੋਗਰਾਮ ਫਾਈਨੈਂਸ਼ੀਅਲ ਸਪੋਰਟ ਕਰਨ ਦੇ ਲਈ ਸੈੱਟ ਕੀਤਾ ਆ। 773 ਹੋਰ ਆ ਤੇ 774ਵਾਂ ਇਹ ਆ ਜਿਹੜਾ ਇਸ ਵੇਲੇ ਕਹਿ ਰਿਹਾ ਕਿ ਮੈਨੂੰ ਕਲੇਮ ਦਿੱਤਾ ਜਾਣਾ ਚਾਹੀਦਾ। ਜੂਨ 1 ਤੱਕ 26 ਲੋਕਾਂ ਨੂੰ ਇਹ ਕਲੇਮ ਮਿਲ ਚੁੱਕਿਆ ਸੀ। ਉਹਦੇ ਤੋਂ ਬਾਅਦ ਹਜੇ ਤੱਕ ਪਤਾ ਨਹੀਂ 774 ਜਿਹੜੇ ਇਸ ਵਿਅਕਤੀ ਦੇ ਸਮੇਤ ਟੋਟਲ ਨੇ ਕਿ ਇਹਨਾਂ ਨੂੰ ਇਹ ਕਲੇਮ ਦਿੱਤਾ ਜਾਣਾ ਆ। ਮੈਡੀਕਲ ਰਿਵਿਊ ਬੋਰਡ ਨੇ ਕੀਤਾ ਸੀ ਕਿ ਟੋਟਲ 8 ਕਲੇਮ ਉਹਨਾਂ ਨੇ ਜਿਹੜੇ ਪਾਸ ਕੀਤੇ ਸੀ, ਜਿਹੜੇ ਇਸ ਇੰਜਰੀ ਦੇ ਨਾਲ ਕਿਤੇ ਨਾ ਕਿਤੇ ਸੰਬੰਧਿਤ ਸੀਗੇ, ਜਿਹੜੀ ਸੀਰੀਅਸ ਸੀਗੀ ਜਾਂ ਪਰਮਾਨੈਂਟ ਸੀਗੀ, ਜਿਹਦੇ ਵਿੱਚ ਕਈ ਕੇਸ ਇੱਦਾਂ ਦੇ ਸਾਹਮਣੇ ਆਏ ਸੀਗੇ। ਉਹਨੇ ਆਪਣਾ ਕਲੇਮ, ਇਸ ਵਿਅਕਤੀ ਨੇ ਜਿਹੜਾ ਸ਼ੋਲਫੀਲਡ ਆ, ਇਹਨੇ ਆਪਣਾ ਕਲੇਮ ਸਬਮਿਟ ਕੀਤਾ ਅਕਤੂਬਰ ਦੇ ਵਿੱਚ। ਨਿਊਰੋਲੋਜੀਕਲ ਡਿਸਆਰਡਰ ਇਹਨੂੰ ਡਾਇਗਨੋਜ਼ ਹੋਇਆ ਆ, ਇਹਨੂੰ ਕੋਈ ADEM ਸਮੱਸਿਆ ਦੱਸ ਰਿਹਾ ਡਾਕਟਰ। ਕੰਡੀਸ਼ਨ ਬਹੁਤ ਰੇਅਰ ਹੁੰਦੀ ਆ, ਅਕਿਊਟ ਡਿਸਮੈਂਟਡ ਐਨਸੈਫੈਲੋਮਾਈਟਿਸ, ਇਹ ਕੋਈ ਬਿਮਾਰੀ ਦਾ ਨਾਮ ਦੱਸਦੇ ਆ। ADEM ਇੱਕ ਰੇਅਰ ਕੰਡੀਸ਼ਨ ਜਿਹੜੀ
ਕਿਸੇ ਨਾ ਕਿਸੇ ਤਰ੍ਹਾਂ ਵਿਅਕਤੀ ਦੇ ਵਿੱਚ ਹੋ ਜਾਂਦੀ ਆ ਕਿ ਉਹਦੀ ਜਿਹੜੀ ਸਪਾਈਨਲ ਕਾਰਡ ਆ, ਜਿਹੜੀ ਸਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਨਾੜੀ ਆ, ਉਹਨੂੰ ਕਿਸੇ ਉਹਦੀ ਜਿਹੜੀ ਨਰਵ ਆ ਉਹਨੂੰ ਸਿੱਧਾ ਸਿੱਧਾ ਡੈਮੇਜ ਕਰ ਦਿੰਦੇ। ਤੇ ਇਸ ਵਿਅਕਤੀ ਕਹਿ ਰਿਹਾ ਕਿ ਮੈਨੂੰ ਸਿੱਧਾ ਹੀ ਇਹਨੇ ਵੈਕਸੀਨ ਨੇ ਡੈਮੇਜ ਕੀਤਾ ਆ। ਇਹ ਕਹਿੰਦੇ ਕਿ ਜਦੋਂ ਵੈਕਸੀਨ ਲੱਗਦੀ ਆ ਉਹਦੇ 6 ਹਫ਼ਤਿਆਂ ਦੇ ਵਿੱਚ ਜਿਹੜਾ ਕਿਸੇ ਨਾ ਕਿਸੇ ਵੇਲੇ ਵੀ ਇਹ ਕੰਡੀਸ਼ਨ ਹੋ ਸਕਦੀ ਹੈ। ਜਿਹੜੀ BC ਸੈਂਟਰ ਫॉर ਡਿਜ਼ੀਜ਼ ਕੰਟਰੋਲ ਆ, BCCDC, ਉਹ ਇਹ ਦੱਸ ਰਿਹਾ, ਉਹ ਹਾਲੇ ਤੱਕ ਉਹਨਾਂ ਨੇ ਇਹਦਾ ਜਿਹੜੀ ਇਹ ਨਿਊਜ਼ ਏਜੰਸੀ ਨੇ ਗੱਲ ਕੀਤੀ ਸੀ, ਉਹਨਾਂ ਨੂੰ ਰਿਸਪੌਂਡ ਨਹੀਂ ਕੀਤਾ ਕਿ ਇਹਦਾ ਕੀ ਹੋਇਆ ਸੀ ਇਸ ਮਾਮਲੇ ਦੇ ਵਿੱਚ। ਨਿਊਰੋਲੋਜੀਕਲ ਇਵੈਂਟ ADEM ਉਹ ਕਹਿੰਦੇ ਵੈਕਸੀਨ ਤੋਂ ਬਾਅਦ ਹੋ ਸਕਦਾ, ਇਹ ਗੱਲ ਡਾਕਟਰ ਮੰਨਦੇ, ਪਰ ਹੁੰਦਾ ਕਹਿੰਦੇ ਬਹੁਤ ਰੇਅਰ ਆ। ਤੇ ਇੱਕ ਜਿਹੜੇ ਵੈਨਕੂਵਰ ਇਨਫੈਕਸ਼ੀਅਸ ਡਿਜ਼ੀਜ਼ ਕਲੀਨਿਕ ਦੇ ਡਾਇਰੈਕਟਰ ਆ, ਮੈਡੀਕਲ ਡਾਇਰੈਕਟਰ ਆ, ਉਹ ਇਹ ਗੱਲ ਕਹਿ ਰਹੇ ਆ ਕਿ ਬਹੁਤ ਘੱਟ ਆ ਇਹ, ਜਾਂ ਤਾਂ ਜੇ ਲੱਖ ਬੰਦੇ ਨੂੰ ਜਿਹੜੀ 100,000 ਤੋਂ ਲੈ ਕੇ 1 ਮਿਲੀਅਨ ਦੇ ਵਿਚਕਾਰ, ਮਤਲਬ 1 ਲੱਖ ਤੋਂ ਲੈ ਕੇ ਕਹਿੰਦੇ 10 ਲੱਖ ਲੋਕਾਂ ਦੇ ਵਿੱਚੋਂ ਇੱਕ ਨੂੰ ਹੋ ਸਕਦਾ, ਮਤਲਬ ਲੱਖ ਚੋਂ ਇੱਕ ਨੂੰ ਵੀ ਹੋ ਸਕਦਾ ਤੇ 10 ਲੱਖ ਚੋਂ ਇੱਕ ਨੂੰ ਵੀ ਹੋ ਸਕਦਾ। ਬਹੁਤ ਰੇਅਰ ਕੰਡੀਸ਼ਨ ਆ ਕਿ ਕਿਸੇ ਵਿਅਕਤੀ ਨੂੰ ਇਹ ਵੈਕਸੀਨ ਅਸਰ ਕਰੇ, ਪਰ ਕਰ ਸਕਦੀ ਹੈ। ਇਸ ਗੱਲ ਦੇ ਮਾਹਰ ਇਹ ਗੱਲ ਮੰਨਦੇ ਆ। ਤੇ ਇਹੀ ਗੱਲ ਇਹ ਵਿਅਕਤੀ ਵੀ ਕਹਿ ਰਿਹਾ ਵੀ ਮੈਨੂੰ ਤਾਂ ਸਿੱਧਾ ਸਿੱਧਾ ਇਸ ਗੱਲ ਨੇ ਅਸਰ ਕੀਤਾ ਕਿ ਮੈਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਕੰਪਨਸੇਟ ਕੀਤਾ ਜਾਵੇ। ਹੁਣ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ 11.9 ਮਿਲੀਅਨ ਡੋਜ਼ ਕੋਵਿਡ ਵੈਕਸੀਨ ਦੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਾਈਆਂ ਗਈਆਂ। ਹੈਲਥ ਐਕਸਪਰਟ ਦੱਸਦੇ ਆ ਕਿ ਐਸੋਸੀਏਟਡ ਇਹਦੇ ਨਾਲ ਜਿਹੜੇ ਰਿਸਕ ਸੀਗੇ ਜਿਹੜੀਆਂ, ਔਰ ਉਹ ਰਿਸਕ ਨੂੰ ਤੁਸੀਂ ਕੈਲਕੂਲੇਟ ਕਰ ਲਓ। ਤੇ ਦੂਜੇ ਪਾਸੇ ਕੋਵਿਡ ਦੇ ਨਾਲ ਕਰ ਲਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ 41,000 ਮੌਤਾਂ ਹੋ ਗਈਆਂ। ਹੁਣ ਇਸ ਚੀਜ਼ ਨੂੰ ਦੇਖਣ ਦੀ ਜਿਹੜੀ ਗੱਲਬਾਤ ਹੈ, ਤੇ ਵਿਅਕਤੀ ਕਹਿ ਰਿਹਾ ਵੀ 11 ਮਹੀਨੇ ਹੋ ਗਏ ਮੈਨੂੰ ਇੰਜਰੀ ਹੋਈ ਨੂੰ, ਵੀਲ ਚੇਅਰ ਦੇ ਉੱਤੇ ਆ, ਨਾ ਮੇਰੀਆਂ ਲੱਤਾਂ ਮੂਵ ਕਰਦੀਆਂ, ਨਾ ਮੇਰੇ ਤੋਂ ਹਿੱਲ ਹੁੰਦਾ, ਤੇ ਮੈਂ ਕੰਮ ਤੋਂ ਵੀ ਛੁੱਟੀ ਲੈ ਕੇ ਘਰ ਬੈਠਾ ਤੇ ਐਫਰਟ ਕੀਤੇ ਜਾ ਰਹੇ ਆ, ਕੀਮੋਥੈਰੇਪੀ ਹੋ ਰਹੀ ਆ ਉਹਨੂੰ ਕਿਸੇ ਤਰ੍ਹਾਂ ਐਫਰਟ ਕੀਤੇ ਜਾ ਰਹੇ ਕਿ ਇਹਦਾ ਜਿਹੜਾ ਇਮਿਊਨ ਸਿਸਟਮ ਆ ਉਹ ਰਿਸਪੌਂਡ ਕਰ ਜਾਵੇ। ਐਕਿਊਪੰਕਚਰ ਹੋ ਰਿਹਾ, ਉਹਦੇ ਨਾਲ ਦੂਜੀਆਂ ਟਰੀਟਮੈਂਟਸ ਉਹਨੂੰ ਨਿਊਰੋਪੈਥਸ ਤੇ ਜਿਹੜੇ ਆਸਟੀਓਪੈਥ ਆ ਉਹ ਦਿੱਤੀਆਂ ਜਾ ਰਹੀਆਂ। ਕੁਦਰਤੀ ਤੌਰ ਦੇ ਉੱਤੇ ਪਰਿਵਾਰ ਜਿਹੜਾ ਉਹ ਵੀ ਵੱਡੇ ਸੰਕਟ ਦੇ ਵਿੱਚ ਆ। ਹੁਣ ਵੈਕਸੀਨ ਤੋਂ ਬਾਅਦ ਇਹਦੇ ਇਸ ਤਰ੍ਹਾਂ ਦੇ ਇੱਕਾ ਦੁੱਕਾ ਇਫੈਕਟ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ। ਜਿੱਥੇ ਇੱਥੇ ਇਹ ਵੀ ਗੱਲ ਦੱਸਣੀ ਬਹੁਤ ਜ਼ਰੂਰੀ ਆ ਕਿ ਇਹਦਾ ਮਤਲਬ ਕੋਈ ਇਹ ਨਹੀਂ ਹੈ ਕਿ ਵੈਕਸੀਨ ਦਾ ਵਿਰੋਧ ਹੋਣਾ ਚਾਹੀਦਾ, ਜਾਂ ਵੈਕਸੀਨ ਦੇ ਮਾਮਲੇ ਦੇ ਵਿੱਚ ਇਹ ਨਿਊਜ਼ ਜਿਹੜੀਆਂ ਵੱਡੀਆਂ ਨਿਊਜ਼ ਏਜੰਸੀਜ਼ ਤੁਸੀਂ ਕਿਤੇ ਵੀ ਦੇਖ ਸਕਦੇ ਹੋ ਤੁਹਾਨੂੰ ਦੱਸ ਰਹੀਆਂ, ਡਰਾਉਣ ਦੇ ਲਈ ਦੱਸ ਰਹੀਆਂ। ਪਰ ਜੇ ਇੱਕ ਵਿਅਕਤੀ ਨਾਲ ਵੀ ਇਹ ਕੁਝ ਹੋਇਆ, ਭਾਵੇਂ ਉਹ ਮਿਲੀਅਨ ਦੇ ਵਿੱਚੋਂ ਇੱਕ ਵਿਅਕਤੀ ਸੀਗਾ, ਪਰ ਉਹਦੇ ਨਾਲ ਹੋਇਆ ਆ, ਜਿਹੜਾ ਪਹਿਲਾਂ ਚੰਗਾ ਭਲਾ ਸੀ, ਉਹਦਾ ਜੀਵਨ ਸਾਰੇ ਦਾ ਸਾਰਾ ਜਿਹੜਾ ਤਹਿਸ ਨਹਿਸ ਹੋ ਗਿਆ, ਅਧਰੰਗ, ਉਹਦੀਆਂ ਲੱਤਾਂ ਨਹੀਂ ਤੁਰ ਰਹੀਆਂ ਇੱਕ ਮਤਲਬ ਚੰਗੇ ਭਲੇ ਵਿਅਕਤੀ ਦੀਆਂ, ਤਾਂ ਉਹ ਕਨਸਰਨ ਫਿਰ ਖਬਰਾਂ ਦੇ ਵਿੱਚ ਆਉਣਾ ਵੀ ਜ਼ਰੂਰੀ ਹੁੰਦਾ ਆ। ਬਿਨਾਂ ਸ਼ੱਕ ਵੈਕਸੀਨ ਦਾ ਫਾਇਦਾ ਹੈ, ਮੈਜੋਰਿਟੀ ਨੂੰ ਵੈਕਸੀਨ ਨੇ ਫਾਇਦਾ ਕੀਤਾ, ਇਹਦੇ ਨਾਲ ਹੀ ਕੋਵਿਡ ਤੋਂ ਨਿਜਾਤ ਮਿਲੀ ਆ, ਇਹਦੇ ਨਾਲ ਹੀ ਸਾਰਾ ਕੁਝ ਹੋਇਆ ਹੈ। ਵੈਕਸੀਨ ਦਾ ਵਿਰੋਧ ਕਿਸੇ ਤਰ੍ਹਾਂ ਦਾ ਵੀ ਕੀਤਾ ਜਾਣਾ ਗਲਤ ਆ, ਪਰ ਜਿਹੜੇ ਇਹ ਭਾਵੇਂ ਮਿਲੀਅਨ ਦੇ ਵਿੱਚੋਂ ਇੱਕ ਵਿਅਕਤੀ ਆ, ਉਹਦੇ ਨਾਲ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ ਹੈ, ਤੇ ਜਿਨ੍ਹਾਂ ਦੀ ਮਦਦ ਦੇ ਲਈ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਆ, ਉਹਨਾਂ ਦੀ ਖਬਰ ਇੱਥੇ ਕਰਨੀ ਵੀ ਬਣਦੀ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫੇਰ ਕੁਝ ਹੋਰ ਖਬਰਾਂ ਦੇ ਨਾਲ ਹਾਜ਼ਰ ਹੋਵਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।